आप लिहो तुम कथा सुधारी। सतनाम श्री वाहिगुरु साहिब जियो। मास चढ़ियो दसमो ग्रभ को जब होत भयो सुप्रसूत समो। ताए जे स्यानी बुलाए लई तब आन असीस दीनंद जमो। कोशठ अंतर दीपक आठ दे पाए धरे कर दूर तमो। सोन सब शुभ वार निछत्रन नौग्रह आन कीन नमो। वाहिगुरु जी का खालसा वाहिगुरु जी की फतेह। गुरु की साजी नवाजी गुरु रूप गुरु खालसा साध संगत जीओ। महाराज दी पवित्र पावन गोद विच संध्या ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਕਥਾ ਬੜੇ ਪ੍ਰੇਮ ਨਾਲ ਆਪ ਜੀ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੇ ਉਦਰ ਤੋਂ ਮਹਾਬਲੀ ਯੋਧੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਕਿਵੇਂ ਹੋਇਆ ਹੈ, ਇਹ ਕਥਾ ਪਿਛਲੇ ਦਿਨਾਂ ਤੋਂ ਲਗਾਤਾਰ ਆਪ ਜੀ ਸੁਣ ਰਹੇ ਹੋ। ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤਾ ਸੀ, ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਤੁਹਾਡੇ ਘਰ ਮਹਾਬਲੀ ਯੋਧੇ ਪੁੱਤਰ ਪੈਦਾ ਹੋਣਗੇ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੀਆਂ ਤੇਗਾਂ ਦੇ ਧਾਰਨੀ ਹੋਣਗੇ। ਦੁਸ਼ਟਾਂ ਜ਼ਾਲਮਾਂ ਦੇ ਦੰਦ ਖੱਟੇ ਕਰਨਗੇ ਔਰ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਬਿਰਾਜਮਾਨ ਹੋ ਕੇ ਬੇਅੰਤ ਜੀਵਾਂ ਦਾ ਉਧਾਰ ਕਰਨਗੇ। ਸੋ ਉਹ ਬਚਨ ਪੂਰਾ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ। ਜਿਸ ਦਿਨ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ, ਉਸ ਦਿਨ ਮਹਾਰਾਜ ਉਸ ਸਮੇਂ ਸਮੇਤ ਪਰਿਵਾਰ ਗੁਰੂ ਕੀ ਵਡਾਲੀ 'ਚ ਜਾ ਵਿਰਾਜੇ ਸਨ, ਜੋ ਨਗਰ ਅੰਮ੍ਰਿਤਸਰ ਤੋਂ ਲਗਭਗ 12 ਕੋਹ ਦੂਰੀ ਤੇ ਹੈ, ਜਿੱਥੇ ਛੇਹਰਟਾ ਸਾਹਿਬ ਗੁਰਦੁਆਰਾ ਵੀ ਹੈ। ਛੇਹਰਟਾ ਖੂਹ ਵੀ ਮਹਾਰਾਜ ਨੇ ਲਵਾਇਆ। ਉਸ ਅਸਥਾਨ ਤੇ ਸਾਧ ਸੰਗਤ ਜੀ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਦੀ ਕਥਾ ਆਓ ਪ੍ਰੇਮ ਨਾਲ ਸਰਵਣ ਕਰੀਏ। ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਸ ਚੜਿਓ ਦਸਮੋ ਗ੍ਰਭ ਕੋ ਜਬ। ਜਦੋਂ ਸਾਧ ਸੰਗਤ ਜੀ 10ਵਾਂ ਮਹੀਨਾ ਚੜ ਗਿਆ, ਮਾਤਾ ਜੀ ਮਾਤਾ ਗੰਗਾ ਜੀ ਦੇ ਉਦਰ ਵਿੱਚ ਮਹਾਬਲੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਦਾ ਨਿਵਾਸ ਹੋਇਆ ਨੂੰ 10 ਮਹੀਨੇ ਹੋ ਗਏ। 10ਵਾਂ ਮਹੀਨਾ ਪ੍ਰਗਟ ਹੋਇਆ ਹੈ। ਹੋਤ ਭਇਓ ਸੋ ਪ੍ਰਸੂਤ ਸਮੋ। ਮਹਾਰਾਜ ਦੇ ਛੇਵੇਂ ਪਾਤਸ਼ਾਹ ਦੇ ਜਨਮ ਦਾ ਸਮਾਂ ਨੇੜੇ ਆ ਗਿਆ ਹੈ। ਤਾਏ ਜੇ ਸਿਆਣੀ ਬੁਲਾਏ ਲਈ ਤਬ। ਉਸੇ ਵੇਲੇ ਸਿਆਣੀਆਂ ਦਾਈਆਂ ਨੂੰ ਬੁਲਾ ਲਿਆ ਹੈ, ਜਿਹੜੀਆਂ ਬੱਚੇ ਦੇ ਜਨਮ ਦੇ ਵੇਲੇ ਸੇਵਾ ਕਰਨਗੀਆਂ। ਆਨ ਅਸੀਸ ਦੀਨੰਦ ਜਮੋ। ਉਹਨਾਂ ਦਾਈਆਂ ਨੇ, ਸਿਆਣੀਆਂ ਮਾਈਆਂ ਨੇ ਆ ਕੇ ਅਸੀਸਾਂ ਦਿੱਤੀਆਂ ਨੇ ਕਿ ਮਾਤਾ ਗੰਗਾ ਜੀ ਪਰਮਾਤਮਾ ਕਰੇ ਖੁਸ਼ੀਆਂ ਦਾ ਸਮਾਂ ਤੁਹਾਡੇ ਕੁੱਖ ਤੋਂ ਬੜਾ ਮਹਾਨ ਪੁੱਤਰ ਜਨਮ ਲਵੇ। ਕੋਸ਼ਠ ਅੰਤਰ ਦੀਪਕ 8। ਸੋ ਸਾਧ ਸੰਗਤ ਜੀ ਕੋਠੇ ਦੇ ਅੰਦਰ 8 ਦੀਵੇ ਉਸ ਘਰ ਵਿੱਚ ਬਾਲੇ ਗਏ। 8 ਦਿਸ਼ਾਵਾਂ ਦੇ ਪ੍ਰਤੀਕ ਪ੍ਰਕਾਸ਼ ਕਰਨ ਲਈ, ਰੋਸ਼ਨੀ ਕਰਨ ਲਈ। ਉਹਨਾਂ ਦਿਨਾਂ ਵਿੱਚ ਬਿਜਲੀ ਆਦਿਕ ਦਾ ਪ੍ਰਬੰਧ ਨਹੀਂ ਸੀ ਹੁੰਦਾ। ਘਿਓ ਦੇ ਦੀਵੇ ਬਾਲੇ ਜਾਂਦੇ ਸਨ, ਕਿਉਂਕਿ ਘਿਓ ਦੀ ਸੁਗੰਧੀ ਖੁਸ਼ਬੂ ਵੀ ਆਉਂਦੀ ਹੈ, ਵਾਤਾਵਰਨ ਸ਼ੁੱਧ ਹੁੰਦਾ ਹੈ। ਇਸ ਕਰਕੇ 8 ਦੀਵੇ ਘਿਓ ਦੇ ਉਸ ਕਮਰੇ ਵਿੱਚ ਬਾਲੇ ਹਨ, ਜਿਸ ਕਮਰੇ ਵਿੱਚ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਣਾ ਹੈ। ਦੇ ਪਾਏ ਧਰੇ ਕਰ ਦੂਰ ਤਮੋ। ਉਹ ਐਸੇ ਸੁੰਦਰ ਮਕਾਨ ਦੇ ਵਿੱਚ ਦੀਵੇ ਬਾਲ ਕੇ ਸਾਰੀਆਂ ਕੋਨਿਆਂ ਤੇ ਰੱਖੇ ਹਨ। ਸੋਨ ਸਭੈ ਸ਼ੁਭ ਵਾਰ ਨਿਛਤਰਨ। ਬੜੇ ਸ਼ੁਭ ਸਗਨ ਹਨ, ਬੜੇ ਚੰਗੇ ਸਮੇਂ, ਚੰਗੇ ਨਿਛਤਰ, ਚੰਗੇ ਦਿਨ ਵਾਰ ਨੂੰ ਉਹ ਘੜੀ ਭਾਗਾਂ ਵਾਲੀ ਆਈ ਹੈ, ਜਿਸ ਘੜੀ ਮਹਾਰਾਜ ਦਾ ਅਵਤਾਰ ਹੋਣਾ ਹੈ।
ਮੌਤੇ ਹੈ ਆਨ ਕੈ ਕੀਨ ਨਮੋ। ਉਸ ਵੇਲੇ 9 ਦੇ 9 ਗ੍ਰਹਿ ਆ ਕੇ ਮੱਥਾ ਟੇਕਦੇ ਹਨ, ਉਸ ਕਮਰੇ ਨੂੰ ਨਮਸਕਾਰ ਕਰਦੇ ਜਿਸ ਕਮਰੇ ਵਿੱਚ ਮਹਾਰਾਜ ਨੇ ਅਵਤਾਰ ਧਾਰਨਾ ਹੈ। ਸੰਮਤ 16 ਸੈ ਅਰ 52। ਉਹ ਕਿਹੜਾ ਸਾਲ ਸੀ? ਸੰਮਤ 1652 ਬਿਕਰਮੀ 1595 ਈਸਵੀ ਦਾ ਸਮਾਂ ਸੀ। ਹਾੜ 21 ਕੋ ਦਿਨ ਸੋ। ਤੇ ਹਾੜ ਦੀ 21 ਤਰੀਕ ਸੀ। ਜਾਮਨੀ ਆਦ ਬਤੀਤ ਭਈ ਜਬ। ਅੱਧੀ ਰਾਤ ਜਦੋਂ ਬਤੀਤ ਹੋਈ 21 ਹਾੜ 1652 ਬਿਕਰਮੀ 1595 ਈਸਵੀ ਅੱਧੀ ਰਾਤ ਜਦੋਂ ਬੀਤੀ, ਅੰਮ੍ਰਿਤ ਵੇਲੇ ਦਾ ਸਮਾਂ ਲਗਭਗ 1:30 ਵਜੇ ਦਾ ਹੋਇਆ ਹੈ। ਪੁਖਿ ਨਿਛਤ ਸਮੋ ਤਬ ਹੋ। ਉਸ ਵੇਲੇ ਨਛੱਤਰ ਪੁਖ ਨਛੱਤਰ ਸੀ। ਸਾਧ ਸੰਗਤ ਜੀ, ਇਹ ਜਿਹੜਾ ਪੁਰਾਤਨ ਤਾਰਾ ਵਿਗਿਆਨ ਹੈ, ਖਗੋਲ ਵਿਦਿਆ ਔਰ ਖੰਡ ਬ੍ਰਹਮੰਡ ਦੇ ਤਾਰਿਆਂ ਦਾ, ਗ੍ਰਹਿਾਂ ਨਛੱਤਰਾਂ ਦਾ ਹਿਸਾਬ ਹੈ, ਉਹਦੇ ਹਿਸਾਬ ਨਾਲ ਕਵੀ ਜੀ ਡੇਟ ਦੱਸ ਰਹੇ ਨੇ। 21 ਹਾੜ ਸੀ, ਪੁਖ ਨਛੱਤਰ ਦਾ ਦਿਨ ਸੀ। ਔਰ ਭਲੇ ਗ੍ਰਹਿ ਰਾਜ ਕੋ ਜੋਗ। ਉਸ ਵੇਲੇ ਰਾਜ ਜੋਗ ਸੀਗਾ, ਰਾਜਿਆਂ ਦੇ, ਮਹਾਪੁਰਸ਼ਾਂ ਦੇ ਤੇ ਜੋਗੀਆਂ ਦੇ ਜਨਮ ਦਾ ਇਕੱਠਾ ਸਮਾਂ ਸੀਗਾ। ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜੋਗੀਆਂ ਦੇ ਜੋਗੀ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਇਆ ਸੁਰਗ ਮੱਚ ਪਿਆਲ ਜੀਓ। ਰਾਜਨ ਮੈਂ ਤੂੰ ਰਾਜਾ ਕਹੀ ਹੈ, ਭੂਮਨ ਮੈਂ ਭੂਮਾ, ਠਾਕੁਰਨ ਮੈਂ ਠਕੁਰਾਈ, ਤੇਰੀ ਕੌਮਨ ਸੁਰ ਕੌਮਾ, ਪਿਤਾ ਮੇਰੋ ਬੜੋ ਧਨੀਕ ਅਗਮਾ। ਉਸਤਤ ਕਵਨ ਕਰੀਜੈ ਕਰਤੇ, ਵੇਖ ਰਹੇ ਬਿਸਮਾ। ਐਸਾ ਭਾਗਾਂ ਵਾਲਾ ਉਹ ਸਮਾਂ ਸੀ ਜਿਸ ਵੇਲੇ ਵੱਡੇ ਵੱਡੇ ਰਾਜ ਜੋਗੀਆਂ ਦਾ ਜਨਮ ਹੁੰਦਾ ਹੈ। ਰੂਪ ਮਨੋਗ ਸੋ ਬਾਲਕ ਜੋ। ਬੜਾ ਸੁੰਦਰ, ਕਾਮ ਤੋਂ ਵੀ ਸੋਹਣਾ ਇਹ ਬਾਲਕ ਪੈਦਾ ਹੋਇਆ। ਦੁਨੀਆ 'ਚ ਸਭ ਤੋਂ ਸੋਹਣੀ ਸੂਰਤ ਕਾਮਦੇਵ ਦੀ ਮੰਨੀ ਜਾਂਦੀ ਹੈ, ਪਰ ਕਰੋੜਾਂ ਕਾਮ ਵੀ ਜਿਸ ਦੀ ਸੁੰਦਰਤਾ ਦੇ ਸਾਹਮਣੇ ਤੁੱਛ ਹਨ। ਐਸਾ ਮਹਾਬਲੀ ਸੁੰਦਰ ਸਰੂਪ ਬਾਲਕ ਦਾ ਜਨਮ ਹੋਇਆ ਹੈ। ਧਾਇਨ ਸੇਵਤ ਤੇ ਜਨਮਿਓ ਸੁਨ। ਉਸ ਵੇਲੇ ਦਾਈਆਂ ਸੇਵਾ ਕਰ ਰਹੀਆਂ ਸਨ। ਮਾਤਾ ਜੀ ਦੇ ਪੇਟ ਤੋਂ, ਮਾਤਾ ਜੀ ਦੇ ਉਦਰ ਤੋਂ ਮਹਾਬਲੀ ਯੋਧੇ ਸਤਿਗੁਰਾਂ ਦੇ ਜਨਮ ਦੀ ਖੁਸ਼ੀ ਦੀ ਖਬਰ ਮਿਲੀ ਹੈ। ਦੇਖ ਆਨੰਦ ਕਰੈ ਸਭ ਕੋ। ਸਭ ਨੂੰ ਖੁਸ਼ੀ ਹੋ ਗਈ। ਜਿੰਨੀਆਂ ਵੀ ਦਾਈਆਂ, ਸੇਵਾ ਕਰਨ ਵਾਲੀਆਂ ਦਾਸੀਆਂ ਮਹਿਲਾਂ ਵਿੱਚ ਸੇਵਾ ਕਰ ਰਹੀਆਂ ਸਨ, ਗੁਰੂ ਕੇ ਮਹਿਲਾਂ ਵਿੱਚ ਮਾਤਾ ਗੰਗਾ ਜੀ ਦੀਆਂ ਦਾਸੀਆਂ ਔਰ ਦਾਈਆਂ ਸਾਰੀਆਂ ਹੀ ਖੁਸ਼ ਹੋਈਆਂ ਹਨ। ਦੋਹਰਾ ਆਦਿਤਵਾਰ ਸੋ ਦਿਨ ਮਹਾ। ਸਾਧ ਸੰਗਤ ਜੀ, ਉਸ ਵੇਲੇ ਐਤਵਾਰ ਦਾ ਦਿਨ ਸੀਗਾ। ਸੂਰਜ ਦਾ ਦਿਨ ਹੈ, ਰਵੀਵਾਰ ਵੀ ਕਹਿੰਦੇ, ਅੰਗਰੇਜ਼ੀ ਵਾਲੇ ਸੰਡੇ ਕਹਿੰਦੇ ਆ, ਆਪਾਂ ਐਤਵਾਰ ਕਹਿੰਦੇ ਆ। ਆਇਤ, ਆਦਿਤ, ਰਵੀ, ਸਨ, ਇਹ ਸਭ ਸੂਰਜ ਦੇ ਨਾਮ ਹਨ। ਸੋ ਇਹ ਪ੍ਰਤਾਪੀ ਮਹਾਬਲੀ ਯੋਧਿਆਂ ਦੇ ਅਵਤਾਰ ਧਾਰਨ ਦਾ ਸਮਾਂ ਸੀਗਾ। ਹਾਂਜੀ, ਥਿਤ ਇਕਾਦਸ਼ੀ ਜਾਨ। ਇਕਾਦਸ਼ੀ ਥਿਤ ਸੀਗੀ, ਹਾੜ ਦੀ ਇਕਾਦਸ਼ੀ 21 ਹਾੜ, ਔਰ ਸਾਧ ਸੰਗਤ ਜੀ ਐਤਵਾਰ ਦਾ ਦਿਨ ਸੀ। ਸੰਮਤ 1652 ਬਿਕਰਮੀ ਸੀ। ਹਾਂਜੀ, ਸ਼ੁਕਲ ਪੱਖ ਆਖਾੜ ਕੋ। ਹਾੜ ਪੱਖ, ਹਾੜ ਦੇ ਮਹੀਨੇ ਦਾ ਸ਼ੁਕਲ ਪੱਖ, ਚਾਨਣਾ ਪੱਖ ਚੱਲ ਰਿਹਾ ਸੀ, ਯਾਨੀ ਚਾਨਣੇ ਪੱਖ ਦੀ ਇਕਾਦਸ਼ੀ ਸੀ। ਪ੍ਰਗਟੇ ਗੁਰੂ ਮਹਾਨ। ਮਹਾਰਾਜ ਮਹਾਨ ਯੋਧੇ ਮਹਾਬਲੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਏ ਹਨ। ਸਵਈਆ ਚਾਰੂ ਪ੍ਰਕਾਸ਼ ਅਵਾਸ ਭਇਓ ਪਿਖ। ਉਸ ਵੇਲੇ ਘਰ ਵਿੱਚ ਬੜਾ ਸੋਹਣਾ ਨੂਰਾਨੀ ਪ੍ਰਕਾਸ਼ ਹੋ ਗਿਆ। ਜਦੋਂ ਮਹਾਰਾਜ ਦਾ ਜਨਮ ਹੋਇਆ, 6ਵੇਂ ਪਾਤਸ਼ਾਹ ਜੀ ਦਾ ਨੂਰ ਹੀ ਨੂਰ ਹੋ ਗਿਆ ਸਾਰੇ ਪਾਸੇ। ਸਾਰੇ ਕਮਰੇ 'ਚ ਪ੍ਰਕਾਸ਼ ਹੀ ਪ੍ਰਕਾਸ਼, ਠੰਡੀ ਮਿੱਠੀ ਪਿਆਰੀ ਰੋਸ਼ਨੀ ਪਸਰ ਗਈ ਹੈ। ਹਾਂਜੀ, ਧਾਇਨ ਬੇਬਸ ਹੋਇ ਬਲਿਹਾਰੂ। ਸਾਧ ਸੰਗਤ ਜੀ, ਜਿਹੜੀਆਂ ਦਾਈਆਂ ਸਨ ਨਾ, ਉਹ ਬੇਬਸੀ ਬਲਿਹਾਰ ਜਾਣ ਲੱਗ ਪਏ। ਉਹਨਾਂ ਦੇ ਮੂੰਹ ਤੋਂ ਕੁਦਰਤੀ ਨਿਕਲਿਆ, ਬਲਿਹਾਰ ਜਾਵਾਂ, ਬਲਿਹਾਰ ਜਾਵਾਂ। ਇੰਨਾ ਸੁੰਦਰ ਬਾਲਕ, ਇੰਨਾ ਪ੍ਰਤਾਪੀ ਬਾਲਕ, ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਬੜਾ ਹੀ ਸੁੰਦਰ ਪ੍ਰਤਾਪ ਵਾਲਾ ਸਰੂਪ ਦੇਖਿਆ ਹੈ। ਹਾਰੂ ਉਦਿਓ ਮਨ ਕੋ ਜਨ ਜੰਦ। ਸਾਧ ਸੰਗਤ ਜੀ, ਇੱਥੇ ਭਾਈ ਸੰਤੋਖ ਸਿੰਘ ਜੀ ਇਸ ਸਵਈਏ 'ਚ ਸਿੰਘਾ ਅਵਲੋਕਨ ਨਿਆਏ ਵਰਤ ਰਹੇ ਹਨ। ਸਿੰਘਾ ਨਿਲੋਕਨ ਨਿਆਏ ਇਸ ਤਰ੍ਹਾਂ ਹੁੰਦਾ ਹੈ, ਜਿਵੇਂ ਸ਼ੇਰ ਸ਼ਿਕਾਰ ਮਾਰ ਕੇ
ਤੇ ਫਿਰ ਥੋੜਾ ਜਿਹਾ ਤੁਰ ਕੇ ਜਾਂਦਾ ਹੈ, ਫਿਰ ਮੁੜ ਕੇ ਸ਼ਿਕਾਰ ਵੱਲ ਦੇਖਦਾ ਹੈ, ਫਿਰ ਥੋੜਾ ਜਿਹਾ ਅੱਗੇ ਚਲਾ ਜਾਂਦਾ ਹੈ, ਉਹ ਫਿਰ ਪਿੱਛੇ ਮੁੜ ਕੇ ਦੇਖਦਾ ਹੈ, ਫਿਰ 4 ਕਦਮ ਤੁਰ ਕੇ ਫਿਰ ਪਿੱਛੇ ਦੇਖਦਾ ਹੈ। ਕਵੀ ਜੀ ਨੇ ਚਾਰੂ ਤੋਂ ਸ਼ੁਰੂ ਕੀਤਾ, ਸਵਈਆ ਚਾਰੂ ਤੇ ਹੀ ਖਤਮ ਕਰਨਾ ਹੈ। ਪਹਿਲਾਂ ਕਹਿੰਦੇ ਨੇ ਚਾਰੂ ਪ੍ਰਕਾਸ਼ ਆਵਾਸ ਪਇਓ, ਘਰ ਵਿੱਚ ਚਾਰੂ ਮੈਨੇ ਸੋਹਣਾ ਪ੍ਰਕਾਸ਼ ਹੋਇਆ। ਪਿਖ ਧਾਇਨ ਕੇ ਬੇਬਸ ਹੋਇਆ ਬਲਿਹਾਰੂ, ਦਾਈਆਂ ਬੇਬਸ ਹੋ ਕੇ ਬਲਿਹਾਰ ਜਾਂਦੀਆਂ ਨੇ। ਬਲਿਹਾਰੂ ਦਾ ਹਾਰੂ ਚੱਕ ਲਓ ਤੇ ਅਗਲੇ ਪਾਸੇ ਹਾਰੂ ਫਿਰ ਲਾ ਲਓ। ਹਾਰੂ ਉਦਿਓ ਮਨ ਕੋ ਜਨ ਚੰਦ, ਕਹਿੰਦੇ ਮਨ ਨੂੰ ਹਰਨ ਵਾਲਾ, ਮਨ ਨੂੰ ਮੋਹਣ ਵਾਲਾ ਚੰਨ ਪ੍ਰਗਟ ਹੋਇਆ। ਮਾਤਾ ਗੰਗਾ ਦੇ ਪੇਟ ਤੋਂ ਜਿਹੜਾ ਪੁੱਤਰ ਹੋਇਆ ਉਹ ਚੰਨ ਵਰਗਾ ਸੁੰਦਰ ਹੈ। ਬਿਲੰਦ ਸਰੂਪ ਸਭੈ ਸੁਭੈ ਸਮ ਮਾਰੂ, ਉਹਦਾ ਸਰੂਪ ਕੈਸਾ ਹੈ, ਕਿੰਨਾ ਸੁੰਦਰ ਹੈ, ਜਿਵੇਂ ਮਾਰੂ। ਮਾਰੂ ਕਾਮਦੇਵ ਨੂੰ ਕਹਿੰਦੇ ਨੇ। ਸਾਧ ਸੰਗਤ ਜੀ, ਇੱਥੇ ਕਵੀ ਜੀ ਨੇ ਯਮਕ ਅਲੰਕਾਰ ਵੀ ਵਰਤਿਆ ਹੈ। ਇੱਕੋ ਹੀ ਪਦ ਤੇ ਕਈ ਅਰਥ ਉਹ ਇਸ ਪਦ ਸਵਈਏ ਵਿੱਚ ਆ ਰਹੇ ਹਨ। ਬੜਾ ਸੁੰਦਰ ਸਰੂਪ ਹੈ, ਸਮ ਮਾਰੂ, ਕਾਮਦੇਵ ਜਿੰਨਾ ਸੋਹਣਾ ਹੈ। ਹਾਂਜੀ, ਮਾਰੂ ਰੇ ਪੂਨ ਕੋ ਸੇਵਕ ਤਾਰਕ, ਤੇ ਫਿਰ ਅੱਗੋਂ ਮਾਰੂ ਦਾ ਦੂਸਰਾ ਅਰਥ ਲੈ ਲਿਆ, ਵੈਰੀਆਂ ਨੂੰ ਮਾਰਨ ਵਾਲਾ, ਦੁਸ਼ਟਾਂ ਜ਼ਾਲਮਾਂ ਨੂੰ ਸੋਧਣ ਵਾਲਾ। ਮਾਰੂ ਰਿਪੂਨ ਕੋ, ਰਿਪੂਨ ਕਹਿੰਦੇ ਨੇ ਵੈਰੀਆਂ ਨੂੰ, ਰਿਪੂ ਦੁਸ਼ਮਣ, ਦੋਖੀ, ਧਰਮ ਦੇ ਵੈਰੀ, ਉਹਨਾਂ ਨੂੰ ਸੋਧੇ ਲਾਉਣ ਵਾਲਾ। ਸੇਵਕ ਤਾਰਕ, ਆਪਣੇ ਸੇਵਕਾਂ ਨੂੰ ਤਾਰਨ ਵਾਲਾ। ਮਹਾਬਲੀ ਜੋਧਾ ਪਾਤਸ਼ਾਹ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ, ਬਹੁ ਪਰਉਪਕਾਰੀ ਪ੍ਰਗਟ ਹੋਏ ਹਨ। ਹਾਂਜੀ, ਮੋਹਨੀ ਮੂਰਤ ਬੁੱਧ ਉਦਾਰੂ, ਜਿਨ੍ਹਾਂ ਦੀ ਮੋਹਣੀ ਮੂਰਤ ਹੈ, ਮਨ ਨੂੰ ਮੋਹਣ ਵਾਲੇ ਅਤੀ ਸੁੰਦਰ ਸੱਚੇ ਪਾਤਸ਼ਾਹ ਜੀ। ਕਹਿੰਦੇ ਬੁੱਧ ਉਦਾਰੂ, ਜਿਨ੍ਹਾਂ ਦੀ ਬੁੱਧੀ ਬਹੁਤ ਹੀ ਉਦਾਰ ਹੈ। ਹਾਂਜੀ, ਦਾਰੂ ਸੋ ਦੋਸ਼ ਹੋਤਾਸਨ ਭਾ, ਫਿਰ ਉਦਾਰੂ ਚੋਂ ਦਾਰੂ ਪਦ ਅੱਗੇ ਲੈ ਲਿਆ ਹੈ। ਦਾਰੂ ਸੁਦੋਸ਼ ਹੋਤਾਸਨ ਭਾ। ਸਾਧ ਸੰਗਤ ਜੀ, ਦਾਰੂ ਲੱਕੜੀਆਂ ਨੂੰ ਕਹਿੰਦੇ, ਦਾਰ ਨਾਮ ਲੱਕੜੀਆਂ ਦਾ ਹੈ। ਕਹਿੰਦੇ ਜਿਹੜੇ ਦੋਸ਼ਾਂ ਦੀ ਲੱਕੜੀ ਹੈ, ਵਿਕਾਰਾਂ ਦੀ ਲੱਕੜੀ ਹੈ, ਉਹਨੂੰ ਸਾੜਨ ਵਾਸਤੇ ਹੁਤਾਸਨ, ਹੁਤਾਸਨ ਕਹਿੰਦੇ ਨੇ ਅੱਗ ਨੂੰ। ਇਹ ਮਹਾਬਲੀ ਯੋਧਾ ਪੈਦਾ ਹੋਇਆ ਜਿਹੜਾ ਪਾਪਾਂ ਦੀ ਲੱਕੜਾਂ ਨੂੰ ਸਾੜ ਦੇਵੇਗਾ, ਜਿਹਦੇ ਤੇਜ ਪ੍ਰਤਾਪ ਦੀ ਅਗਨੀ, ਜਿਹਦੇ ਤੇਜ ਦੀ ਅਗਨੀ ਪਾਪਾਂ ਨੂੰ, ਦੋਸ਼ਾਂ ਨੂੰ, ਵਿਕਾਰਾਂ ਨੂੰ ਸਾੜ ਸੁੱਟੇਗੀ। ਹਾਂਜੀ, ਬਲ ਪਰਾਕਰਮ ਜਾ ਬਿਥ ਰਹਿ ਸਚਾਰੂ, ਜਿਹਦਾ ਬਲ ਪਰਾਕਰਮ ਸਾਰੇ ਪਾਸੇ, ਚਾਰੇ ਦਿਸ਼ਾ ਵਿੱਚ, ਉੱਤਰ ਦੱਖਣ ਪੂਰਬ ਪੱਛਮ, ਈਸਟ ਵੈਸਟ ਨਾਰਥ ਸਾਊਥ ਵਿੱਚ ਪਸਰ ਜਾਏਗਾ। ਸੋ ਚਾਰੂ ਤੋਂ ਭਾਈ ਸਾਹਿਬ ਨੇ ਸਵਈਆ ਚੁੱਕਿਆ ਸੀ, ਸ਼ੁਰੂ ਕੀਤਾ ਸੀ, ਚਾਰੂ ਤੇ ਲਿਆ ਕੇ ਖਤਮ ਕੀਤਾ। ਤੇ ਛੰਦ ਕਮਾਲ ਦਾ ਹੀ ਹੈ, ਇਹ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ। ਹਾਂਜੀ, ਦੀਪਕ ਮੰਦ ਬਿਲੰਦ ਪ੍ਰਕਾਸ਼ਤ। ਸਾਧ ਸੰਗਤ ਜੀ, ਜਦੋਂ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, 8 ਦੀਵੇ ਦੇਸੀ ਘਿਓ ਦੇ ਬਾਲ ਕੇ ਘਰ 'ਚ ਰੱਖੇ ਹੋਏ ਸਨ, ਪਰ ਉਹਨਾਂ ਦੀਵਿਆਂ ਦੀ ਲੋ ਮੱਧਮ ਪੈ ਗਈ ਤੇ ਬਾਲਕ ਦੀ ਜਿਹੜੀ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਦੀ ਲੋ ਸੀ ਨਾ, ਉਹ ਕਮਰੇ 'ਚ ਪਸਰ ਗਈ। ਇਹ ਐਸਾ ਮੰਨਿਆ ਜਾਂਦਾ ਹੈ, ਅਵਤਾਰੀ ਪੁਰਸ਼ਾਂ ਦੇ ਜਨਮ ਦੇ ਨਾਲ ਉਹਨਾਂ ਦਾ ਪ੍ਰਕਾਸ਼ ਇੱਕਦਮ ਸਾਰੇ ਪਾਸੇ ਪਸਰਦਾ ਹੈ। ਹਾਂਜੀ, ਤਾਏ ਭਾਈ ਬਿਸਮੇ ਹਰ ਖਾਬਤੋ, ਦਾਈਆਂ ਵੇਖ ਕੇ ਹੈਰਾਨ ਹੋ ਗਈਆਂ, ਬਿਸਮਾਦ ਵਿੱਚ ਆ ਗਈਆਂ। ਉਹ ਦਾਈਆਂ ਕੀ ਕਹਿੰਦੀਆਂ ਨੇ? ਜਿਹੜੀ ਵੱਡੀ ਦਾਈ ਸੀ, ਬੁੱਢੀ ਬੜੀ ਸਿਆਣੀ ਸੀ, ਹਜ਼ਾਰਾਂ ਬੱਚੇ ਉਹਦੇ ਪੇਟ, ਉਹਦੇ ਹੱਥੋਂ ਮਾਵਾਂ ਨੇ ਜਨਮ ਦਿੱਤੇ ਸੀ। ਉਹ ਦਾਈ ਵੇਖ ਕੇ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਹੈਰਾਨ ਹੋ ਗਈ ਹੈ। ਬਲ ਅਨੇਕ ਭਏ ਮਮ ਹਾਥ, ਉਹ ਸਿਆਣੀ ਦਾਈ ਕਹਿੰਦੀ ਹੈ, ਮੇਰੇ ਹੱਥੋਂ ਸੈਂਕੜੇ ਹਜ਼ਾਰਾਂ ਬੱਚੇ ਜੰਮੇ ਹਨ। ਕਿਉਂਕਿ ਮੇਰਾ ਕੰਮ ਹੈ, ਦਾਈ ਦਾ ਕੰਮ ਹੁੰਦਾ ਹੈ ਬੱਚਿਆਂ ਦੇ ਜਨਮ ਵੇਲੇ ਸੇਵਾ ਕਰਨੀ। ਸਿਆਣੀਆਂ ਦਾਈਆਂ ਪੁਰਾਣੇ ਜ਼ਮਾਨੇ ਤੋਂ, ਹਜ਼ਾਰਾਂ ਸਾਲਾਂ ਤੋਂ ਇਹ ਵਿਦਿਆ ਉਹਨਾਂ ਕੋਲੋਂ ਪਰਮਾਤਮਾ ਨੇ ਦਿੱਤੀ ਹੋਈ ਹੈ। ਸੋ ਉਹ ਦਾਈ ਕਹਿੰਦੀ, ਮੇਰੇ ਹੱਥੋਂ ਸੈਂਕੜੇ ਬਾਲਕਾਂ ਨੇ, ਹਜ਼ਾਰਾਂ ਬਾਲਕਾਂ ਨੇ ਜਨਮ ਲਿਆ ਹੈ। ਨਹੀਂ ਇਸ ਕੇ ਸਮ ਕੋ ਦੁੱਤ ਪਾਵਤ, ਪਰ ਜਿੰਨਾ ਅੱਜ ਇਹ ਬੱਚੇ ਦਾ ਤੇਜ ਪ੍ਰਤਾਪ ਦੇਖਿਆ ਹੈ,
ਜਿੰਨਾ ਇਸ ਬੱਚੇ ਦੇ ਚਿਹਰੇ ਤੇ ਨੂਰ ਦੇਖ ਰਹੀ ਹਾਂ, ਜਿੰਨਾ ਇਹ ਬੱਚਾ ਪ੍ਰਤਾਪੀ ਹੈ, ਇੰਨਾ ਮੈਂ ਕਦੀ ਸੰਸਾਰ 'ਚ ਕੋਈ ਵੇਖਿਆ ਨਹੀਂ ਹੈ। ਹਾਂਜੀ, ਸੁੰਦਰ ਸੂਰਤ ਸ਼ੋਭਤ ਪੂਰਤ, ਬੜੀ ਸੋਹਣੀ ਸੂਰਤ ਹੈ, ਬੜੀ ਸ਼ੋਭਾ ਪਾ ਰਹੀ ਸੂਰਤ ਹੈ, ਮਨ ਨੂੰ ਮੋਹਣ ਵਾਲੀ ਨੂਰਾਨੀ ਸੂਰਤ ਹੈ, ਜਾਹੋ ਜਲਾਲ ਨਾਲ ਭਰੀ ਹੋਈ ਮੂਰਤ ਹੈ। ਹਾਂਜੀ, ਸ਼੍ਰੀ ਮੁਖ ਮੰਦ ਮਨੋ ਮੁਸਕਾਵਤ, ਸ੍ਰੀ ਹਰਗੋਬਿੰਦ ਜੀ ਮਹਾਰਾਜ ਜਨਮ ਦੇ ਸਮੇਂ ਹੀ ਮੁਸਕਰਾ ਰਹੇ ਸਨ। ਉਹਨਾਂ ਦਾ ਚਿਹਰਾ ਇੰਝ ਸੀ ਜਿਵੇਂ ਹੱਸ ਰਹੇ ਹੋਣ, ਹੱਸੂ ਹੱਸੂ ਕਰਦਾ ਉਹਨਾਂ ਦਾ ਸੋਹਣਾ ਨੂਰਾਨੀ ਚਿਹਰਾ ਹੈ। ਹਾਂਜੀ, ਆਪ ਕੋ ਪੀਰ ਨਾ ਮਾਤ ਕੋ ਪੀਰ, ਕੈਸਾ ਇਹ ਬਾਲਕ ਹੈ ਜਿਹਨੂੰ ਜਨਮ ਦੇ ਸਮੇਂ ਪ੍ਰਸੂਤ ਦੀ ਪੀੜਾ ਨਹੀਂ ਹੋਈ। ਵੈਸੇ ਤਾਂ ਜਦੋਂ ਬੱਚੇ ਦਾ ਜਨਮ ਹੁੰਦਾ, ਬੱਚੇ ਰੋਂਦੇ ਨੇ, ਉਹਨਾਂ ਨੂੰ ਪੀੜਾ ਹੁੰਦੀ ਹੈ, ਦਰਦ ਹੁੰਦੀ ਹੈ, ਪਰ ਇਹ ਬੱਚਾ ਹੱਸੂ ਹੱਸੂ ਕਰਦਾ ਹੈ। ਆਪ ਕੋ ਪੀਰ ਨਾ, ਇਹਨੂੰ ਆਪ ਵੀ ਪੀੜ ਕੋਈ ਨਹੀਂ, ਮਾਨਾ ਮਾਤ ਕੋ ਪੀਰ ਨਾ, ਮਾਤਾ ਨੂੰ ਕੋਈ ਪੀੜ ਹੋਣ ਦਿੱਤੀ, ਦੁੱਖ ਹੋਣ ਦਿੱਤਾ ਹੈ। ਸਧੀਰ ਪ੍ਰਸੰਨਤਾ ਪੂਰ ਉਪਾਵਤ, ਬੜਾ ਧੀਰਜਵਾਨ ਇਹ ਪ੍ਰਸੰਨਤਾ ਦੇ ਨਾਲ ਖਿੜਿਆ ਹੋਇਆ ਬਾਲਕ ਆਇਆ ਹੈ। ਕਬਿਤ ਬੀਜਰੀ ਪ੍ਰਕਾਸ਼ ਜਿਮ ਤੇਜ ਕੋ ਉਜਾਸਤ, ਸਾਧ ਸੰਗਤ ਜੀ, ਜਿਵੇਂ ਆਕਾਸ਼ ਵਿੱਚ ਬਿਜਲੀ ਦਾ ਪ੍ਰਕਾਸ਼ ਹੁੰਦਾ ਨਾ, ਬਿਜਲੀ ਦਾ ਜਿਵੇਂ ਨੂਰ ਹੁੰਦਾ ਹੈ, ਐਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਨੂਰ ਪ੍ਰਕਾਸ਼ ਰਿਹਾ ਹੈ। ਲੋਚਨ ਕੋ ਭਾਸਤ ਅਬ ਗੰਗ ਕੋ ਸੁਨਾਇਓ ਹੈ, ਅੱਖਾਂ ਚੁੰਧਿਆ ਗਈਆਂ ਦਾਸੀਆਂ ਦੀਆਂ ਨੂਰ ਵੇਖ ਕੇ। ਜਿਵੇਂ ਆਕਾਸ਼ ਵਿੱਚ ਕਈ ਵਾਰੀ ਸਾਧ ਸੰਗਤ ਜੀ ਰਾਤ ਨੂੰ ਬਿਜਲੀ ਲਿਸ਼ਕਦੀ ਹੈ, ਸਾਡੀਆਂ ਅੱਖਾਂ ਚੁੰਧਿਆ ਜਾਂਦੀਆਂ, ਦਿਖਦਾ ਹੀ ਨਹੀਂ ਅੱਗੇ ਕੀ ਹੋਇਆ, ਇੰਨੀ ਜ਼ਿਆਦਾ ਬਿਜਲੀ ਚਮਕਦੀ ਹੈ। ਜਿਵੇਂ ਬਿਜਲੀ ਨੂੰ ਵੇਖ ਕੇ ਅੱਖਾਂ ਚੁੰਧਿਆ ਜਾਂਦੀਆਂ ਨੇ, ਹੇ ਮਾਤਾ ਗੰਗਾ ਜੀ, ਤੇਰੇ ਪੁੱਤਰ ਵੱਲ ਵੇਖ ਕੇ ਸਾਡੀਆਂ ਅੱਖਾਂ ਚੁੰਧਿਆ ਗਈਆਂ। ਹਾਂਜੀ, ਜਨਮ ਉਸ ਪੁੱਤ ਸੁਨ ਧਾਇਨ ਤੇ ਪੁੱਤ, ਜਦੋਂ ਦਾਈਆਂ ਨੇ ਮਾਤਾ ਜੀ ਨੂੰ ਖੁਸ਼ਖਬਰੀ ਦਿੱਤੀ, ਮਾਤਾ ਜੀ ਵਧਾਈ ਹੋਵੇ, ਪੁੱਤਰ ਦਾ ਜਨਮ ਹੋਇਆ, ਸੁਪੁੱਤਰ ਪੈਦਾ ਹੋਇਆ, ਤੁਹਾਡੇ ਘਰ ਬੜਾ ਪ੍ਰਤਾਪੀ ਬਾਲਕ ਪੈਦਾ ਹੋਇਆ। ਹਾਂਜੀ, ਮਨਾ ਕਲ ਮਖ ਧੂਤ ਕੇਰੇ ਦਾਸੋ ਹਰ ਖਾਇਓ ਹੈ। ਮਹਾਨ ਪਵਿੱਤਰ ਆਤਮਾ ਗੰਗਾ ਮਾਤਾ, ਜਿਹੜਾ ਸਾਧ ਸੰਗਤ ਜੀ ਨਾਂ ਲੈਣ ਨਾਲ ਹੀ ਬੰਦੇ ਦੇ ਪਾਪ ਕੱਟੇ ਜਾਂਦੇ, ਧੰਨ ਮਾਤਾ ਗੰਗਾ ਜੀ, ਉਹਨਾਂ ਦੇ ਉਦਰ ਤੋਂ ਇਹ ਪੁੱਤਰ ਦਾ ਜਨਮ ਹੋਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ। ਮਾਤਾ ਨੂੰ ਜਦੋਂ ਇਹ ਖਬਰ ਦਿੱਤੀ ਦਾਈਆਂ ਨੇ, ਮਾਤਾ ਜੀ ਵਧਾਈ, ਤੁਹਾਡਾ ਪੁੱਤਰ ਹੋਇਆ, ਕਾਕਾ ਲੜਕਾ ਬੇਟਾ ਹੋਇਆ। ਇਹ ਜਦੋਂ ਖਬਰ ਕੰਨਾਂ 'ਚ ਪਈ ਹੈ ਤੇ ਮਾਤਾ ਜੀ ਦਾ ਹਿਰਦਾ ਖੁਸ਼ੀ ਨਾਲ ਝੂਮ ਉੱਠਿਆ। ਹਾਂਜੀ, ਬ੍ਰਿੰਦ ਤਾਪ ਤਾਪ ਤੇ ਸੁਪ੍ਰੇਮ ਕੇ ਪ੍ਰਤਾਪ ਤੇ, ਬ੍ਰਿੰਦ ਤਾਪ ਤਾਪ ਤੇ, ਜੋ ਬੜੇ ਤਪ ਕੀਤੇ ਮਾਤਾ ਜੀ ਨੇ, ਬੜੀ ਬੰਦਗੀ ਕੀਤੀ ਮਾਤਾ ਜੀ ਨੇ, ਸਿਮਰਨ ਕੀਤਾ, ਸੇਵਾ ਕੀਤੀ ਸੰਗਤਾਂ ਦੀ, ਤੇ ਗੁਰੂ ਮਹਾਰਾਜ ਦੀ ਬਾਣੀ ਨਾਲ ਪ੍ਰੇਮ ਕੀਤਾ ਮਾਤਾ ਗੰਗਾ ਜੀ ਨੇ। ਹਾਂਜੀ, ਸਦੀਵ ਨਾਮ ਜਾਪ ਤੇ ਮਨੋਸ ਪ੍ਰਭੂ ਪਾਇਓ ਹੈ, ਤੇ ਬਹੁਤ ਨਾਮ ਜਪਿਆ। ਜਿਵੇਂ ਕੋਈ ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ, ਤਪ ਕਰਨ ਵਾਲਾ, ਸੇਵਾ ਸਿਮਰਨ ਕਰਨ ਵਾਲਾ ਸਾਧਕ ਹੋਵੇ ਤੇ ਉਹਨੂੰ ਪਰਮਾਤਮਾ ਮਿਲ ਜਾਵੇ, ਉਹਦੀ ਤਪੱਸਿਆ ਦਾ ਉਹਨੂੰ ਫਲ ਮਿਲ ਜਾਂਦਾ ਹੈ। ਮਾਤਾ ਗੰਗਾ ਜੀ ਨੂੰ ਅੱਜ ਫਲ ਮਿਲ ਗਿਆ ਹੈ। ਉਹਨਾਂ ਦੀ ਕੁੱਖ ਤੋਂ ਮਹਾਰਾਜ 6ਵੇਂ ਪਾਤਸ਼ਾਹ ਮਹਾਬਲੀ ਯੋਧੇ, ਪਰਮਾਤਮਾ ਦਾ ਹੀ ਰੂਪ, ਨੂਰਾਨੀ ਚਿਹਰੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਹੈ। ਰੰਗ ਨਿਤ ਐਨ ਤੇ ਕਲ ਪੱਤਰ ਲੈਣ ਤੇ ਜਿਉ, ਕਹਿੰਦੇ ਜੇ ਕਿਸੇ ਗਰੀਬ ਦੇ ਘਰ ਕਲਪਤਰ ਜੰਮ ਪਵੇ, ਕਲਪ ਬਿਰਖ ਪੈਦਾ ਹੋ ਜਾਵੇ, ਉਹਨੂੰ ਖੁਸ਼ੀ ਹੁੰਦੀ ਹੈ। ਕੌਣ ਭਨੈ ਬੈਨ ਤੇਜ ਤੇ ਕਮੋਦ ਛਾਇਓ ਹੈ, ਜਿੰਨੀ ਕੁ ਖੁਸ਼ੀ ਮਾਤਾ ਗੰਗਾ ਜੀ ਨੂੰ ਹੋਈ ਹੈ, ਕੋਈ ਕਵੀ ਦੱਸ ਨਹੀਂ ਸਕਦਾ, ਕੋਈ ਵਿਦਵਾਨ ਉਹਦੀ ਕਥਾ ਕਰ ਨਹੀਂ ਸਕਦਾ। ਹਾਂਜੀ, ਚਾਹੇ ਚਿਰ ਕਾਲ ਕੀ ਜੋ ਕਾਮਨਾ ਵਿਸਾਲ ਕੀ, ਜੋ ਬੜੇ ਲੰਮੇ ਸਮੇਂ ਤੋਂ ਕਾਮਨਾ ਕਰ ਰਹੇ ਸਨ ਮਾਤਾ ਜੀ, ਉਹ ਕਾਮਨਾ ਉਹਨਾਂ ਦੀ ਅੱਜ ਪੂਰੀ ਹੋ ਗਈ ਹੈ। ਸ਼ਰੀਕਨ ਕਿਸਾਲ ਕੀ ਬਿਨਾਸੀ ਚਿੰਤ ਮਨ ਕੀ, ਸ਼ਰੀਕਾਂ ਨੇ ਜਿਹੜਾ ਬੋਲੀਆਂ ਮਾਰੀਆਂ ਸਨ, ਸ਼ਰੀਕਣੀ ਕਰਮੋਂ ਕਹਿੰਦੀ ਸੀ ਗੰਗਾ ਦੇ ਤੇ ਬੱਚਾ ਹੀ ਨਹੀਂ ਹੋਣਾ, ਪੁੱਤਰ ਹੀ ਨਹੀਂ ਹੋਣਾ,
ਇਹਨਾਂ ਨੇ ਤਾਂ ਉਤਰੇ ਹੀ ਚਲੇ ਜਾਣਾ ਹੈ। ਗੁਰੂ ਘਰ ਦੀਆਂ ਸਾਰੀਆਂ ਜਾਇਦਾਦਾਂ ਦੇ ਮਾਲਕ ਅਸੀਂ ਬਣਾਂਗੇ। ਸਾਡਾ ਪੁੱਤਰ ਮਿਹਰਬਾਨ ਗੱਦੀ ਤੇ ਬੈਠੇਗਾ। ਉਹ ਜਿਹੜਾ ਦੁੱਖ ਸੀ ਨਾ, ਉਹ ਮਾਤਾ ਗੰਗਾ ਹੀ ਜਾਣਦੀ ਹੈ। ਅੱਜ ਉਸ ਦੁੱਖ ਦਾ ਅੰਤ ਹੋ ਗਿਆ ਹੈ। ਉਹਨਾਂ ਦੁੱਖਾਂ ਦਾ ਖਾਤਮਾ ਕਰਨ ਲਈ ਇਸ ਮਹਾ ਤੇਜਸਵੀ ਬਾਲਕ ਦਾ ਜਨਮ ਹੋਇਆ ਹੈ। ਹਾਂਜੀ, ਕਮਲ ਸਮਾਨ ਵੀ ਪ੍ਰਫੁੱਲਤ ਮਹਾਨ ਤਬ। ਅੱਜ ਮਾਤਾ ਗੰਗਾ ਇਉਂ ਖਿੜ ਗਈ ਜਿਵੇਂ ਸਾਧ ਸੰਗਤ ਜੀ ਸੂਰਜ ਦੇ ਚੜ੍ਹਿਆ ਕਮਲ ਦਾ ਫੁੱਲ ਖਿੜ ਜਾਂਦਾ ਹੈ। ਬਾਨੀ ਸੁਖ ਦਾਨੀ ਸੋਨੇ ਜੈਸੇ ਮੋਰ ਘਨ ਕੀ। ਜਿਵੇਂ ਮੋਰ ਬੱਦਲਾਂ ਦੀ ਆਵਾਜ਼ ਸੁਣ ਕੇ ਪਹਿਲਾਂ ਪਾਣ ਲੱਗ ਜਾਂਦੇ ਆ, ਖੁਸ਼ ਹੋ ਜਾਂਦੇ ਨੇ। ਜਦੋਂ ਬੱਦਲ ਦੀ ਸੁਣ ਘਨ ਘੋਰ ਸੀਤਲ ਮਨ ਮੋਰਾ, ਜਦੋਂ ਘਨ ਘੋਰ ਸੁਣਦਾ ਨਾ ਬੱਦਲ ਦੀ, ਤੇ ਉਸ ਵੇਲੇ ਮੋਰ ਨਾ ਠੰਡਾ ਠਾਰ ਹੋ ਕੇ ਨੱਚਣ ਲੱਗ ਜਾਂਦਾ। ਪਹਿਲਾਂ ਪਾਲਾ ਆਹਾ ਖੁਸ਼ੀ ਹੋ ਗਈ, ਬੱਦਲ ਆ ਰਹੇ ਨੇ। ਜਿਵੇਂ ਬੱਦਲਾਂ ਨੂੰ ਵੇਖ ਕੇ ਮੋਰ ਖੁਸ਼ ਹੁੰਦਾ ਹੈ, ਸਾਹਿਬਜ਼ਾਦੇ ਦੇ ਜਨਮ ਤੇ ਮਾਤਾ ਗੰਗਾ ਜੀ ਖੁਸ਼ ਹੋਏ। ਹਾਂਜੀ, ਜਬਰ ਜਰਾਵ ਭੀਨ ਧਾਏ ਕੈਸੋ ਹਾਥ ਦੀਨ। ਸਾਧ ਸੰਗਤ ਜੀ ਗਲ ਵਿੱਚ ਬੜਾ ਕੀਮਤੀ ਹਾਰ ਪਾਇਆ ਹੋਇਆ ਸੀ। ਸੋਨੇ ਦਾ ਉਹ ਹਾਰ ਗਲੋਂ ਲਾ ਕੇ ਮਾਤਾ ਗੰਗਾ ਨੇ ਦਾਸੀਆਂ ਨੂੰ, ਦਾਈ ਨੂੰ ਦਿੱਤਾ। ਉਹ ਜਿਹੜੀ ਦਾਈ ਦੇ ਹੱਥੋਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਜਨਮ ਲਿਆ, ਉਸ ਦਾਈ ਨੂੰ ਸੋਨੇ ਦਾ ਹਾਰ ਖੁਸ਼ੀ ਵਿੱਚ ਮਾਤਾ ਗੰਗਾ ਜੀ ਨੇ ਦੇ ਦਿੱਤਾ ਹੈ। ਬਾਕੀਆਂ ਦਾਸੀਆਂ ਨੂੰ ਵੀ ਆਪਣੇ ਜਿਹੜੇ ਗਹਿਣੇ ਸਰਾਣੇ ਰੱਖੇ ਹੋਏ ਸਨ, ਕਿਸੇ ਨੂੰ ਆਪਣੇ ਕੰਗਣ ਦੇ ਦਿੱਤੇ ਨੇ, ਕਿਸੇ ਨੂੰ ਆਪਣੇ ਕਰਨ ਫੂਲ ਦੇ ਦਿੱਤੇ ਨੇ, ਕਿਸੇ ਨੂੰ ਕੋਈ ਗਹਿਣਾ, ਕਿਸੇ ਨੂੰ ਕੋਈ ਗਹਿਣਾ। ਦਾਸੀਆਂ ਨੂੰ ਉਹ ਗਹਿਣੇ ਵੰਡ ਦਿੱਤੇ। ਧੰਨ ਮਾਤਾ ਗੰਗਾ ਜੀ ਖੁਸ਼ੀ ਦੇ ਵਿੱਚ। ਹਾਂਜੀ, ਆਨੰਦ ਉਦਦ ਮੀਨ ਰੀਤ ਸਖੀ ਜਨ ਕੀ। ਮਾਤਾ ਗੰਗਾ ਜੀ ਇੰਨੇ ਪ੍ਰਸੰਨ ਹਨ, ਜਿਵੇਂ ਕਿ ਸਮੁੰਦਰ 'ਚ ਮੱਛੀ ਖੁਸ਼ ਹੁੰਦੀ ਨਾ, ਤੇ ਉਹਦਾ ਆਨੰਦ ਹੀ ਕੋਈ ਨਹੀਂ ਉਹ ਦੱਸ ਸਕਦਾ ਵੀ ਕਿੰਨੀ ਖੁਸ਼ ਹੁੰਦੀ ਹੈ। ਏਦਾਂ ਆਨੰਦ ਦੇ ਸਮੁੰਦਰ ਵਿੱਚ ਮਾਤਾ ਗੰਗਾ ਜੀ ਤਾਰੀਆਂ ਲਾ ਰਹੇ ਨੇ ਕਿ ਅੱਜ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਝੋਲੀ ਭਰ ਦਿੱਤੀ ਹੈ, ਪੁੱਤਰ ਦੀ ਦਾਤ ਮਿਲ ਗਈ ਹੈ। ਹਾਂਜੀ, ਚੀਰਨ ਕੋ ਦੇਤ ਹੈ ਦਰਬ ਕੋਈ ਲੇਤ ਹੈ। ਤੇ ਮਾਤਾ ਜੀ ਕਿਸੇ ਨੂੰ ਬਸਤਰ ਤੇ ਕਿਸੇ ਨੂੰ ਮਾਇਆ, ਜੋ ਜੋ ਕਿਸੇ ਨੇ ਮੰਗਿਆ ਨਾ ਦਾਸੀਆਂ ਨੇ, ਉਹਨਾਂ ਦੇ ਉਸੇ ਵੇਲੇ ਹੀ ਮੰਗਾਂ ਪੂਰੀਆਂ ਕਰ ਦਿੱਤੀਆਂ ਮਾਤਾ ਗੰਗਾ ਜੀ ਨੇ। ਹਾਂਜੀ, ਸੁਦਾਸੀ ਦੌਰ ਦੌਰ ਕਰ ਕਹਿ ਜਿਉ ਬਚਨ ਕੀ। ਮਾਤਾ ਜੀ ਤੇ ਆਪਣੇ ਪਲੰਗ ਤੇ ਵਿਰਾਜੇ ਹੋਏ ਨੇ। ਸਾਹਿਬਜ਼ਾਦੇ ਦਾ ਹੁਣੇ ਹੁਣੇ ਜਨਮ ਹੋਇਆ ਹੈ, ਤੇ ਦਾਸੀਆਂ ਨੂੰ, ਜਿਹੜੀਆਂ ਸਿਆਣੀਆਂ ਦਾਸੀਆਂ, ਉਹਨਾਂ ਨੂੰ ਕਹਿੰਦੀ ਹੈ ਮਾਤਾ, ਨਹੀਂ ਉਹ ਫਲਾਣੀ ਅਲਮਾਰੀ ਖੋਲ, ਉਹ ਪੇਟੀ ਖੋਲ, ਉਹ ਸੰਦੂਕ ਖੋਲ। ਉਹ ਸੰਦੂਕਾਂ ਨੂੰ ਖਲਵਾ ਕੇ ਤੇ ਦਾਸੀਆਂ ਨੂੰ ਕਹਿੰਦੀ ਉਹ ਸੂਟ ਕੱਢ ਕੇ ਲਿਆ, ਉਹ ਗਹਿਣਿਆਂ ਦਾ ਡੱਬਾ ਕੱਢ ਕੇ ਲਿਆ, ਉਹ ਮਾਇਆ ਪਈ ਉੱਥੋਂ ਚੁੱਕ ਕੇ ਲਿਆ। ਤੇ ਮਾਤਾ ਸਾਹਿਬਜ਼ਾਦੇ ਦੇ ਕੋਲੋਂ ਦੀ ਉਹ ਉੱਤੋਂ ਦੀ ਵਾਰ ਕੇ ਉਹਨਾਂ ਦਾਸੀਆਂ ਨੂੰ, ਉਹਨਾਂ ਨੂੰ ਜਿਹੜੀਆਂ ਘਰ 'ਚ ਸੇਵਾ ਕਰ ਰਹੀਆਂ ਸਨ, ਉਹ ਜਿਹੜੀਆਂ ਦਾਈਆਂ ਸੇਵਾ ਕਰ ਰਹੀਆਂ ਸਨ, ਸਾਰਿਆਂ ਨੂੰ ਖੁੱਲਾ ਦਾਨ ਮਾਨ ਦੇ ਰਹੇ ਨੇ ਮਾਤਾ ਗੰਗਾ ਜੀ। ਹਾਂਜੀ, ਦੋਹਰਾ ਅਧਿਕ ਮਹਿਦ ਉਤਸ਼ਾਹ ਕੋ। ਬਹੁਤ ਜ਼ਿਆਦਾ ਉਤਸ਼ਾਹ, ਬਹੁਤ ਜ਼ਿਆਦਾ ਖੁਸ਼ੀ ਗੰਗਾ ਕੀਨ ਆਨੰਦ। ਮਾਤਾ ਗੰਗਾ ਜੀ ਨੇ ਕੀਤੀ, ਆਨੰਦ ਹੀ ਆਨੰਦ ਹੋ ਗਿਆ ਹੈ। ਹਾਂਜੀ, ਘਰ ਅੰਤਰ ਸਭ ਇਸੀ ਬਿਦ। ਸਾਰੇ ਘਰ ਦੇ ਵਿੱਚ ਬਖਸ਼ੀ ਬਖਸ਼ ਬਿਲੰਦ। ਜਿੰਨੀਆਂ ਦਾਸੀਆਂ ਦਾਸ ਸੇਵਾਦਾਰ ਸੀਗੇ, ਉਹਨਾਂ ਨੂੰ ਖੁੱਲੀਆਂ ਬਖਸ਼ਾਂ ਦਾਨ ਕਰਿਓ। ਤੇ ਸਾਧ ਸੰਗਤ ਜੀ ਸਿਆਣੇ ਕਹਿੰਦੇ ਆ ਵੀ ਖੁੱਲਾ ਕਰੋ, ਐਵੇਂ ਕੀ ਰੋ ਰੋ ਕੇ ਦੇਣਾ ਕਿਸੇ ਨੂੰ। ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਰੀਝ ਕੇ ਦਾਨ ਦਿਓ ਜਿਨ ਕੋ ਫਿਰ ਮੰਗਣ ਕੋ ਨਾ ਕਹੂੰ ਮਨ ਕੀਨੋ। ਮੇਰੇ ਪਾਤਸ਼ਾਹ ਐਡੇ ਦਾਨੀ ਨੇ, ਇੰਨਾ ਰੀਝ ਕੇ ਦਿੰਦੇ ਆ ਵੀ ਫਿਰ ਅਗਲਾ ਮੰਗਣ ਜੋਗਾ ਹੀ ਨਹੀਂ ਰਹਿੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੀਝ ਕੇ ਦਾਨ ਦਿਓ ਜਿਨ ਕੋ ਤੇਰੇ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਹਨੂੰ ਰੀਝ ਕੇ ਖੁਸ਼ੀ 'ਚ ਪਰਮੇਸ਼ਰ ਦੇ ਦਿੰਦਾ, ਉਹ ਫਿਰ ਦੁਬਾਰਾ ਮੰਗਣ ਦਾ ਨਹੀਂ, ਉਹਨੂੰ ਇੱਕੋ ਵਾਰੀ ਮਾਰ ਲਵਾ। ਮਾਤਾ ਗੰਗਾ ਨੇ ਇੱਕੋ ਵਾਰੀ ਦਾਸੀਆਂ ਨੂੰ ਰਜਾ ਕੇ ਦਾਨ ਦਿੱਤਾ। ਮਹਾਂਪੁਰਸ਼ਾਂ ਕੋਲੋਂ ਸੁਣਿਆ, ਕਹਿੰਦੇ ਦਾਨ ਦਿਓ ਰਜਾ ਕੇ, ਦਾਨ ਦਿਓ ਲੁਕਾ ਕੇ, ਦਾਨ ਦਿਓ ਘਰ ਜਾ ਕੇ।
ਬਾਬਾ ਗੁਰਕਿਰਪਾਲ ਸਿੰਘ ਜੀ ਮਹਾਂਪੁਰਸ਼ ਭਗਤ ਜੀ ਹੋਏ ਨੇ ਗੁਰਵਾਲੀ। ਅੰਮ੍ਰਿਤਸਰ ਸਾਹਿਬ ਦੇ ਲਾਗੇ ਇੱਕ ਪਿੰਡ ਹੈ ਗਿੱਲਵਾਲੀ। ਇਹ ਗਿੱਲਵਾਲੀ ਬੜਾ ਪੁਰਾਣਾ ਪਿੰਡ ਸੀ। ਉਸ ਨਗਰ ਦੇ ਵਿੱਚ ਇਹ ਮਹਾਂਪੁਰਸ਼ ਹੋਏ ਬਾਬਾ ਗੁਰਕਿਰਪਾਲ ਸਿੰਘ ਜੀ ਭਗਤ ਜੀ, ਤੇ ਬੇਅੰਤ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਹਨਾਂ ਨੇ। ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸੰਗਤ ਕੀਤੀ ਉਹਨਾਂ ਨੇ। ਤੇ ਉਹ ਮਹਾਂਪੁਰਸ਼ ਇਹ ਬਚਨ ਕਹਿੰਦੇ ਹੁੰਦੇ ਸੀ। ਉਹ ਕਹਿੰਦੇ ਸੀ ਦਾਨ ਦਿਓ ਰਜਾ ਕੇ, ਵੀ ਅਗਲਾ ਰੱਜ ਤੇ ਜਾਵੇ। ਦਾਨ ਦਿਓ ਰਜਾ ਕੇ ਤੇ ਦਾਨ ਦਿਓ ਲੁਕਾ ਕੇ, ਪਤਾ ਨਾ ਲੱਗੇ। ਇੱਕ ਹੱਥ ਦਾਨ ਕਰੇ ਤੇ ਦੂਜੇ ਨੂੰ ਪਤਾ ਨਾ ਲੱਗੇ ਵੀ ਮੈਂ ਦਾਨ ਕੀਤਾ ਹੈ। ਤੀਜਾ ਕਹਿੰਦੇ ਦਾਨ ਦਿਓ ਘਰ ਜਾ ਕੇ, ਜਿਹਨੂੰ ਦਾਨ ਦੇਣਾ ਉਹਦੇ ਘਰ ਜਾ ਕੇ ਦਿਓ। ਇਹ ਤਾਂ ਅਗਲੇ ਨੂੰ ਕਹੋ ਮੇਰੇ ਘਰ ਆਵੀਂ ਤੈਨੂੰ ਦਿਆਂਗਾ, ਅਗਲਾ ਮੰਗਣ ਆਵੇ ਤੇਰੇ ਘਰ। ਕਿਸੇ ਨੂੰ ਮੰਗਤਾ ਬਣਾ ਕੇ ਦਾਨ ਨਾ ਦਿਓ। ਦਾਨ ਦਿਓ ਰਜਾ ਕੇ, ਦਾਨ ਦਿਓ ਘਰ ਜਾ ਕੇ, ਦਾਨ ਦਿਓ ਲੁਕਾ ਕੇ। ਸੋ ਮਾਤਾ ਗੰਗਾ ਨੇ ਅੱਜ ਦਾਸੀਆਂ ਨੂੰ ਦਾਨ ਦਿੱਤਾ ਹੈ, ਦਾਈਆਂ ਨੂੰ ਦਾਨ ਦਿੱਤਾ ਹੈ। ਕਹਿੰਦੇ ਨਿਹਾਲ ਹੋ ਗਈਆਂ, ਖੁਸ਼ੀ ਹੋ ਗਈ ਸਾਰੀਆਂ ਨੂੰ। ਹਾਂਜੀ, ਸਦਨ ਬਿਖੈ ਮੇਵਿਓ ਨਹੀਂ, ਇੰਨੀ ਉਹ ਖੁਸ਼ੀ ਘਰ ਦੇ ਵਿੱਚ ਮੇਵੀ ਨਹੀਂ, ਘਰ 'ਚ ਸਮਾਈ ਨਹੀਂ ਉਹ। ਹਾਂਜੀ, ਪੂਰਨ ਹੋਇਆ ਤਤਕਾਲ, ਉਸੇ ਵੇਲੇ ਉਹ ਘਰੋਂ ਬਾਹਰ ਪਸਰ ਗਈ ਹੈ। ਖਬਰ ਜਦੋਂ ਗਈ ਹੈ ਨਾ, ਬਸ ਇੱਕਦਮ ਵਧਾਈਆਂ ਹੀ ਵਧਾਈਆਂ, ਵਧਾਈਆਂ ਹੀ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ। ਸਾਰੇ ਪਾਸੇ ਇਹ ਖਬਰ ਫੈਲੀ ਹੈ। ਜਿਕਸਿਓ ਬਾਹਰ ਉਛਰ ਕਰ, ਇਹ ਖੁਸ਼ੀ ਦੀ ਖਬਰ, ਖੁਸ਼ੀ ਦਾ ਆਨੰਦ ਦਾ ਜਿਹੜਾ ਉਮਾ ਸੀ, ਆਨੰਦ ਦਾ ਜਿਹੜਾ ਇਸ ਪ੍ਰਵਾਹ ਸੀ, ਉਛਲ ਪਿਆ ਤੇ ਬਾਹਰ ਨੂੰ ਨਿਕਲਿਆ ਹੈ ਘਰ ਤੋਂ। ਹਾਂਜੀ, ਉਤਸਵ ਸੁਖ ਦਾ ਵਿਸਾਲ, ਬੜੇ ਸੁਖ ਦੇਣ ਵਾਲੇ ਉਤਸਵ ਹੋਣੇ ਸ਼ੁਰੂ ਹੋਏ ਨੇ। ਦੋਹਰਾ ਇੱਕ ਦਾਸੀ ਦੌੜਤ ਗਈ, ਕਿਉਂਕਿ ਟਾਈਮ ਅੰਮ੍ਰਿਤ ਵੇਲੇ ਦਾ ਲਗਭਗ 1-1:30 ਵਜੇ ਦਾ, 2 ਵਜੇ ਤੋਂ ਪਹਿਲਾਂ ਦਾ ਸਮਾਂ ਸੀਗਾ। ਉਸ ਵੇਲੇ ਸਾਰੀ ਦੁਨੀਆ ਸੁੱਤੀ ਹੁੰਦੀ ਹੈ, ਪਰ ਗੁਰੂ ਸਾਹਿਬ ਬਹਿ ਕੇ ਭਜਨ ਕਰ ਰਹੇ ਸਨ। ਇੱਕ ਦਾਸੀ ਦੌੜ ਕੇ ਗਈ ਹੈ ਗੁਰ ਅਰਜਨ ਜਿਸ ਥਾਨ, ਜਿੱਥੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਮੰਜੇ ਦੇ ਉੱਤੇ, ਪਲੰਗ ਦੇ ਉੱਤੇ ਨਾਮ ਜਪ ਰਹੇ ਸਨ। ਕਰਤ ਉਡੀਕਨ ਸੁਤ ਜਨਮ, ਮਹਾਰਾਜ ਜੀ ਉਡੀਕ ਰਹੇ ਸਨ, ਸਾਡੇ ਘਰ ਸਾਹਿਬਜ਼ਾਦੇ ਨੇ ਜਨਮ ਲੈਣਾ ਹੈ। ਬੱਚੇ ਦੇ ਜਨਮ ਦੇ ਸਮੇਂ ਦੀ ਉਡੀਕ ਕਰ ਰਹੇ ਸਨ ਸੱਚੇ ਪਾਤਸ਼ਾਹ ਜੀ। ਹਾਂਜੀ, ਜਾਗਤ ਕਿਰਪਾ ਨਿਧਾਨ, ਸਾਹਿਬਜ਼ਾਦੇ ਦੀ ਉਡੀਕ ਦੇ ਵਿੱਚ ਜਾਗਦੇ ਨਾਮ ਜਪਦੇ ਬੈਠੇ ਸਨ। ਸਵਈਆ ਛੰਦ ਸਿਮਰਹਿ ਅਬਿਨਾਸ਼ੀ ਪੁਰਸ਼ੋਤਮ, ਮਹਾਰਾਜ ਜੀ ਨਾਮ ਜਪ ਰਹੇ ਵਾਹਿਗੁਰੂ 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 ਵਾਹਿਗੁਰੂ। ਗੁਰੂ ਅਰਜਨ ਦੇਵ ਸਾਹਿਬ ਜੀ ਪਰਮੇਸ਼ਰ ਦਾ ਸਿਮਰਨ ਕਰ ਰਹੇ, ਭਜਨ ਕਰ ਰਹੇ ਹਨ। ਸੰਤ ਨਾਮ ਸ਼੍ਰੀ ਬਦਨ ਉਚਾਰ, ਔਰ ਸਤ ਪਰਮੇਸ਼ਰ ਦਾ ਨਾਮ ਜਪ ਰਹੇ ਹਨ ਆਪਣੇ ਮੁਖਾਰ ਬਿੰਦ ਤੋਂ। ਸੁਠ ਪ੍ਰਿਯੰਕ ਪਰ ਪ੍ਰਭੂ ਬਿਰਾਜ ਹੈ, ਬੜੇ ਸੋਹਣੇ ਪਲੰਗ ਤੇ ਬਿਰਾਜੇ ਹੋਏ ਨੇ, ਬੈਠੇ ਹੋਏ ਨੇ ਚੌਂਕੜਾ ਮਾਰ ਕੇ। ਬੈਠੇ ਏਕਲ ਬੁੱਧ ਉਦਾਰ, ਇਕਾਂਤ ਵਿੱਚ ਬੈਠੇ ਨੇ ਮਹਾਨ ਬੁੱਧੀ ਦੇ ਗਿਆਤਾ, ਬੁੱਧੀ ਦੇ ਸਾਗਰ, ਬ੍ਰਹਮ ਗਿਆਨੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ। ਸੁਧ ਦੀਨ ਸਦਾਸੀ ਕਹਿਬਾਨੀ, ਉਸ ਵੇਲੇ ਦਾਸੀ ਨੇ ਜਾ ਕੇ ਮੱਥਾ ਟੇਕਿਆ। ਦਾਸੀ ਨੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ। ਦਾਸੀ ਕਹਿਣ ਲੱਗੀ, ਸ੍ਰੀ ਗੁਰੂ ਜਨਮਿਓ ਪੁੱਤਰ ਤੁਮਾਰੋ, हे ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਵਧਾਈ ਹੋਵੇ, ਆਪ ਜੀ ਦੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ ਹੈ। ਅਤ ਆਨੰਦ ਹੋਏ ਸਦਨ ਅੰਦਰੇ, ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ ਮਹਾਰਾਜ, ਬਹੁਤ ਉਤਸਵ ਹੋ ਰਿਹਾ ਹੈ। ਮਾਤਾ ਗੰਗਾ ਜੀ ਬੜੇ ਖੁਸ਼ ਹਨ। ਵਧਾਈ ਹੋਵੇ ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ ਹੈ। ਉਤਸਵ ਕਰਤ ਸਰਬ ਹੀ ਨਾਰ, ਸਭ ਇਸਤਰੀਆਂ ਦਾਸੀਆਂ ਟਹਿਲਣਾ ਖੁਸ਼ੀ ਮਨਾ ਰਹੀਆਂ ਨੇ। ਸੁਤ ਜਨ ਮਨ ਕੋ ਬੈਨ ਸ਼ਰੋਨ ਸੁਨ, ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹ ਖੁਸ਼ੀ ਦੀ ਖਬਰ ਸੁਣੀ ਹੈ, ਸ੍ਰੀ ਅਰਜਨ ਮਨ ਆਨੰਦ ਉਦਾਰ, ਬੜੇ ਪ੍ਰਸੰਨ ਆਨੰਦ ਵਿੱਚ ਆਏ ਹਨ ਮੇਰੇ ਸਤਿਗੁਰੂ ਜੀ। ਹੱਥ ਬੰਦ ਕਰ ਬੰਧਨ ਕੀਨ ਸੋ, ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਤੇ ਮੱਥਾ ਟੇਕਿਆ ਹੈ। ਸ੍ਰੀ
ਪਰਮੇਸ਼ਰ ਧਿਆਨ ਸੋ ਧਾਰ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰ ਕੇ ਦੋਵੇਂ ਹੱਥ ਗੁਰੂ ਅਰਜਨ ਦੇਵ ਜੀ ਨੇ ਜੋੜੇ ਨੇ। हे ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਰ ਈਸ਼ਵਰ ਅਬਿਨਾਸੀ ਸਤਿਗੁਰੂ ਜੀਓ, ਆਪ ਜੀ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਹਾਂਜੀ, ਮੁਕਿਓ ਪ੍ਰੇਮ ਛੇਮ ਕੋ ਕਰਤਾ। ਉਸ ਵੇਲੇ ਮੇਰੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਹਿਰਦੇ 'ਚ ਪ੍ਰੇਮ ਦੀਆਂ ਕਾਂਗਾਂ ਉੱਠੀਆਂ ਹਨ। ਪ੍ਰੇਮ ਦੇ ਵਿੱਚ ਆ ਗਏ ਨੇ ਮਹਾਰਾਜ ਜੀ, ਬਹੁਤ ਬਿਸਮਾਦੀ ਅਵਸਥਾ ਵਿੱਚ ਆ ਕੇ ਵਾਹਿਗੁਰੂ ਦਾ ਸ਼ੁਕਰ ਕਰਨ ਲੱਗੇ ਨੇ। ਜਿਸ ਦਿਨ ਬਸਾ ਜੋ ਹਿਰਦੈ ਅਗਾਰ। ਜਿਹੜਾ ਪਰਮੇਸ਼ਰ ਦਾ ਪਿਆਰ ਹਿਰਦੇ 'ਚ ਵਸਦਾ ਹੈ, ਅੱਜ ਉਹ ਮਹਾਰਾਜ ਦੇ ਬੋਲਾਂ ਰਾਹੀਂ ਪ੍ਰਗਟ ਹੋਣ ਲੱਗਾ ਹੈ। ਜਾਮ ਜਾਮਨੀ ਤੇ ਕੀ ਮੱਜਨ। ਮਹਾਰਾਜ ਜੀ ਉੱਠ ਕੇ ਸਵਾ ਪੈ ਰਾਤ ਰਹਿੰਦੀ ਇਸ਼ਨਾਨ ਕਰ ਲਿਆ। ਬਹੁਰ ਬਿਰਾਜੇ ਆਸਨ ਡਾਰ। ਫਿਰ ਆਪਣੇ ਆਸਣ ਤੇ ਚੌਂਕੜਾ ਮਾਰ ਕੇ ਬੈਠ ਗਏ ਹਨ। ਸੁਤ ਪ੍ਰਥਾਏ ਸ਼ਬਦ ਸ਼ੁਭ ਕੀਨਹੁ। ਮਹਾਰਾਜ ਜੀ ਨੇ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰਬਾਣੀ ਦੇ ਇਹ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ। ਮਹਾਪੁਰਖ ਅਵਤਾਰ ਸੁਜਾਨ। ਮਹਾਪੁਰਖ ਅਵਤਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਸਾਹਿਬਜ਼ਾਦੇ ਅਵਤਾਰੀ ਪੁਰਸ਼ ਗੁਰੂ ਹਰਗੋਬਿੰਦ ਸਾਹਿਬ ਦੇ ਅਵਤਾਰ ਪੂਰਬ ਦੀਆਂ ਖੁਸ਼ੀਆਂ ਵਿੱਚ ਬਾਣੀ ਦਾ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਅਨੇਕ ਨਰਨ ਪਰ ਉਪਕਾਰੀ। ਇਹ ਐਸਾ ਬਾਲਕ ਹੋਵੇਗਾ ਜਿਹੜਾ ਅਨੇਕਾਂ ਲੋਕਾਂ ਤੇ ਪਰਉਪਕਾਰ ਕਰੇਗਾ। ਲੈਗੋ ਦੁਸ਼ਟਨ ਦੰਡ ਮਹਾਨ। ਇਹ ਦੁਸ਼ਟਾਂ ਨੂੰ ਦੰਡ ਦੇਵੇਗਾ, ਜ਼ਾਲਮਾਂ ਨੂੰ ਸੋਧੇ ਲਾਵੇਗਾ। ਪੀਰੀ ਅਰ ਮੀਰੀ ਕਹ ਵਰਤ ਹੈ। ਇਹ ਮੀਰੀਆਂ ਤੇ ਪੀਰੀਆਂ ਵਰਤੇਗਾ, ਮੀਰੀ ਦਾ ਪੀਰੀ ਦਾ ਮਾਲਕ ਹੋਵੇਗਾ। ਨਈ ਰੀਤ ਵਿਦਤਾਏ ਜਹਾਨ। ਇਹ ਸੰਸਾਰ ਵਿੱਚ ਇੱਕ ਨਵੀਂ ਰੀਤ ਪ੍ਰਗਟ ਕਰੇਗਾ। ਪਹਿਲਾਂ ਜਿਹੜੇ ਪੀਰ ਸਨ ਉਹ ਪੀਰ ਸਨ, ਜਿਹੜੇ ਮੀਰ ਸਨ ਉਹ ਮੀਰ ਸਨ। ਇਹ ਮੀਰੀ ਪੀਰੀ ਦੋਵਾਂ ਨੂੰ ਇਕੱਠਿਆਂ ਕਰ ਦੇਵੇਗਾ। ਹਾਂਜੀ, ਪਹਿਰ ਹੈ ਸ਼ਸਤਰ ਤਖਤ ਪਰ ਬੈਠਾ ਹੈ। ਇਹ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੋਵੇਗਾ, ਪਰ ਸ਼ਸਤਰ ਧਾਰੀ ਹੋ ਕੇ ਬੈਠੇਗਾ। ਪਹਿਰਾ ਸ਼ਸਤਰ ਗਾਤਰੇ ਮੀਰੀ ਪੀਰੀ ਦੀਆਂ ਤੇਗਾਂ ਪਹਿਨੇਗਾ, ਤਲਵਾਰਾਂ ਰੱਖੇਗਾ, ਬੰਦੂਕਾਂ ਘੋੜੇ ਜੰਗੀ ਸਮਾਨ ਰੱਖੇਗਾ, ਫੌਜਾਂ ਦਾ ਤਾਜਾਂ ਦਾ ਬਾਜਾਂ ਦਾ ਰਾਜਾਂ ਦਾ ਮਾਲਕ ਹੋਵੇਗਾ। ਇਹ ਤਖਤਾਂ ਤੇ ਬੈਠੇਗਾ। ਇਹ ਹਾਂਜੀ, ਵੰਸ ਵਧਾਏ ਜੁਗਨ ਲਗਮਾਨ। ਇਹ ਜੁਗਾਂ ਤੱਕ ਗੁਰੂ ਨਾਨਕ ਦੇ ਵੰਸ ਦੀ, ਗੁਰੂ ਰਾਮਦਾਸ ਦੇ ਵੰਸ ਦੀ ਬਿਰਧੀ ਕਰੇਗਾ। ਹਾਂਜੀ, ਦੋਹਰਾ ਕੁਲ ਭੂਖਨ ਦੁਖਨ ਰਿਪਨ। ਕੁਲ ਭੂਸ਼ਣ ਇਹ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਵੰਸ਼ ਦਾ ਗਹਿਣਾ ਹੋਵੇਗਾ। ਭੂਸ਼ਣ ਸੁਭਾਏਮਾਨ ਕਰਨ ਵਾਲਾ ਹੋਵੇਗਾ ਕੁਲ ਨੂੰ। ਦੁਖਨ ਰਿਪਨ ਵੈਰੀਆਂ ਨੂੰ ਨਾਸ ਕਰਨ ਵਾਲਾ, ਜਿਹੜੇ ਦੁੱਖ ਦੇਣ ਵਾਲੇ ਹਨ ਉਹਨਾਂ ਨੂੰ ਨੱਥ ਪਾਉਣ ਵਾਲਾ ਹੋਵੇਗਾ। ਦੁਖੀਆਂ ਨੂੰ ਸੋਧੇ ਲਾਵੇਗਾ। ਹਾਂਜੀ, ਪੂਖਨ ਤੇਜ ਪ੍ਰਚੰਡ। ਸੂਰਜ ਵਰਗਾ ਪੂਖਨ ਕਹਿੰਦੇ ਸੂਰਜ ਨੂੰ, ਸੂਰਜ ਵਰਗਾ ਇਹਦਾ ਤੇਜ ਹੋਵੇਗਾ। ਜਿਵੇਂ ਸੂਰਜ ਦੇ ਨਾਲ ਕੋਈ ਅੱਖ ਨਹੀਂ ਨਾ ਮਿਲਾ ਸਕਦਾ, ਸੂਰਜ ਵੱਲ ਕੋਈ ਝਾਕ ਨਹੀਂ ਸਕਦਾ, ਗੁਰੂ ਹਰਗੋਬਿੰਦ ਸਾਹਿਬ ਵੱਲ ਕੋਈ ਝਾਕ ਨਹੀਂ ਸਕੇਗਾ। ਹਾਂਜੀ, ਤੁਮ ਤਮ ਦੁਸ਼ਟ ਰਖੈ ਕਰਨ ਕੋ। ਜਿਵੇਂ ਸੂਰਜ ਹਨੇਰੇ ਨੂੰ ਖਤਮ ਕਰਦਾ ਹੈ, ਇਹ ਦੁਸ਼ਟਾਂ ਵੱਲੋਂ ਪਾਏ ਹੋਏ ਪਾਪ ਅਤਿਆਚਾਰ ਦੇ ਹਨੇਰੇ ਨੂੰ ਖਤਮ ਕਰ ਦੇਵੇਗਾ। ਦੇ ਸੰਗਰ ਮਹਿ ਡੰਡ। ਔਰ ਮੈਦਾਨੇ ਜੰਗ ਵਿੱਚ ਦੁਸ਼ਟਾਂ ਨੂੰ ਡੰਡ ਦੇਵੇਗਾ। ਬੜੇ ਬੜੇ ਕਹਿੰਦੇ ਕੁਹਾਂਦੇ ਖੱਬੀ ਖਾਨਾਂ ਦੀ ਆਕੜ ਭੰਨੇਗਾ। ਸੋਰਠਾ ਹਿਰਦੈ ਆਨੰਦ ਬਿਲੰਦ। ਬੜੇ ਆਨੰਦ ਵਿੱਚ ਆ ਕੇ ਗੁਰੂ ਅਰਜਨ ਦੇਵ ਜੀ ਇਹ ਬਚਨ ਕਹਿ ਰਹੇ ਹਨ। ਪ੍ਰਭ ਮੁਕੰਦ ਕੋ ਪ੍ਰੇਮ ਔਰ। ਪਰਮੇਸ਼ਰ ਦੇ ਪਿਆਰ ਵਿੱਚ ਭਿੱਜ ਗਏ ਹਨ। ਅਕਾਲ ਪੁਰਖ ਦੇ ਸ਼ੁਕਰਾਨੇ ਜਾ ਗਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼ਬਦ ਬਦਤ ਸੁਖ ਕੰਦ। ਸੁਖਾਂ ਦੇ ਦਾਤੇ ਗੁਰੂ ਅਰਜਨ ਦੇਵ ਜੀ ਸ਼ਬਦ ਉਚਾਰਨ ਕਰਦੇ ਨੇ। ਆਸਾ ਰਾਗ ਸੋ ਗਾਏ ਗੁਰ। ਆਸਾ ਰਾਗ ਦਾ ਟਾਈਮ ਹੋ ਗਿਆ। ਆਸਾ ਦੀ ਵਾਰ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ। ਆਸਾ ਰਾਗ ਦੀਆਂ ਸੁਰਾਂ ਲਾ ਕੇ, ਆਸਾ ਦਾ ਹੀ ਟਾਈਮ ਹੈ, ਆਸਾ ਦਾ ਸਮਾਂ, ਤੇ ਆਸਾ ਦੇ ਰਾਗ ਵਿੱਚ ਹੀ ਸੱਚੇ ਪਾਤਸ਼ਾਹ ਇਹ ਸ਼ਬਦ ਗਾਇਨ ਕੀਤਾ ਹੈ। ਸ਼੍ਰੀ ਮੁਖ ਵਾਕ। ਸਤਿਗੁਰੂ ਜੀ ਦੇ ਸੋਹਣੇ ਸੁੰਦਰ ਮੁਸਭਾਏਮਾਨ ਮੁਖ ਤੋਂ ਇਹ ਬਚਨ ਨਿਕਲੇ ਹਨ। ਆਸਾ ਮਹੱਲਾ ਪੰਜਵਾ। ਆਸਾ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਕਥਨ ਕਰਦੇ ਹਨ। ਸਤਿਗੁਰ ਸਾਚੈ ਦੀਆ ਭੇਜ। ਸਤਿਗੁਰ ਸਾਚੈ ਦੀਆ ਭੇਜ। ਸੱਚੇ ਸਤਿਗੁਰੂ ਨਾਨਕ ਦੇਵ ਜੀ ਨੇ ਸਾਡੇ ਘਰ
ਇਹ ਸਾਹਿਬਜ਼ਾਦਾ ਭੇਜਿਆ ਹੈ। ਚਿਰ ਜੀਵਨ ਉਪਜਿਆ ਸੰਜੋਗ, ਇਹ ਲੰਮੀਆਂ ਉਮਰਾਂ ਵਾਲਾ ਚਿਰੰਜੀਵੀ ਬਹੁਤ ਵੱਡਾ ਪ੍ਰਤਾਪੀ ਬਾਲਕ ਸੰਜੋਗਾਂ ਨਾਲ ਸਾਡੀ ਕੁਲ ਵਿੱਚ ਪੈਦਾ ਹੋਇਆ ਹੈ। ਉਦਰੈ ਮਾਹੇ ਆਏ ਕੀਆ ਨਿਵਾਸ, ਜਿਸ ਦਿਨ ਇਹ ਬੱਚੇ ਨੇ ਆਪਣੀ ਮਾਂ ਦੇ ਪੇਟ ਵਿੱਚ ਨਿਵਾਸ ਕੀਤਾ ਸੀ, ਮਾਤਾ ਕੈ ਮਨ ਬਹੁਤ ਵਿਗਾਸ, ਉਸ ਦਿਨ ਤੋਂ ਮਾਤਾ ਬੜੀ ਪ੍ਰਸੰਨ ਬੜੀ ਖੁਸ਼ ਸੀ। ਜੰਮਿਆ ਪੂਤ ਭਗਤ ਗੋਬਿੰਦ ਕਾ, ਕਹਿੰਦੇ ਇਹ ਪਰਮਾਤਮਾ ਦਾ ਵਾਹਿਗੁਰੂ ਦਾ ਭਗਤ ਪੁੱਤਰ ਪੈਦਾ ਹੋਇਆ, ਪਰਮੇਸ਼ਰ ਦਾ ਇਹ ਪਿਆਰਾ ਪੁੱਤਰ ਭਗਤ ਪੈਦਾ ਹੋਇਆ। ਜੰਮਿਆ ਪੂਤ ਇਹ ਪੁੱਤਰ ਐਸਾ ਜੰਮਿਆ ਭਗਤ ਗੋਬਿੰਦ ਕਾ, ਪਰਮੇਸ਼ਰ ਗੋਬਿੰਦ ਜੀ ਦਾ ਭਗਤ ਹੋਵੇਗਾ। ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ, ਜੋ ਧੁਰ ਤੋਂ ਲਿਖਿਆ ਹੋਇਆ ਸੀ ਉਹ ਪ੍ਰਗਟ ਹੋ ਗਿਆ ਹੈ। ਜੋ ਮਹਾਰਾਜ ਅਕਾਲ ਪੁਰਖ ਨੇ ਸੰਜੋਗ ਲਿਖਿਆ ਸੀ ਕਿ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਘਰ ਇਸ ਮਹਾਬਲੀ ਯੋਧੇ ਦਾ ਅਵਤਾਰ ਹੋਣਾ ਹੀ ਹੈ, ਇਹ ਪਹਿਲਾਂ ਤੋਂ ਹੀ ਲਿਖਿਆ ਹੋਇਆ ਸੀ, ਪਰ ਸਮੇਂ ਤੋਂ ਬਿਨਾਂ ਉਹ ਪ੍ਰਗਟ ਨਹੀਂ ਸੀ ਹੋ ਸਕਦਾ। ਆ ਸਮਾਂ ਆਇਆ, ਸਾਹਿਬਜ਼ਾਦੇ ਦੇ ਪ੍ਰਗਟ ਹੋਣ ਨਾਲ ਉਹ ਲੇਖ ਪ੍ਰਗਟ ਹੋ ਗਏ ਨੇ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਦਸੀ ਮਾਸੀ 10 ਮਹੀਨਿਆਂ ਬਾਅਦ 10 ਮਾਸ ਮਹੀਨੇ, ਦਸਵੀਂ ਮਾਸੀ 10 ਮਹੀਨਿਆਂ ਤੋਂ ਬਾਅਦ ਹੁਕਮ ਬਾਲਕ ਜਨਮ ਲਿਆ। ਵਾਹਿਗੁਰੂ ਦੇ ਹੁਕਮ ਨਾਲ ਬਾਲਕ ਨੇ ਜਨਮ ਲਿਆ ਹੈ। ਮਿਟਿਆ ਸੋਗ ਮਹਾ ਆਨੰਦ ਥੀਆ, ਇਸ ਬਾਲਕ ਦਾ ਜਨਮ ਹੋਣ ਨਾਲ ਸਾਰੇ ਸੋਗ ਮਿਟ ਗਏ ਨੇ, ਦੁੱਖ ਮਿਟ ਗਏ ਨੇ, ਸਾਰੇ ਕਲੇਸ਼ ਮਿਟ ਗਏ ਨੇ। ਮਹਾ ਆਨੰਦ ਥੀਆ, ਬੜਾ ਭਾਰੀ ਆਨੰਦ ਹੋਇਆ ਹੈ, ਖੁਸ਼ੀ ਹੋਈ ਹੈ। ਗੁਰਬਾਣੀ ਸਖੀ ਆਨੰਦ ਗਾਵੇ, ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿੱਚ ਗੁਰਸਿੱਖ ਸਖੀਆਂ ਗੁਰਬਾਣੀ ਗਾਉਂਦੀਆਂ ਨੇ, ਆਨੰਦ ਸਾਹਿਬ ਪੜ੍ਹਦੀਆਂ ਨੇ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਸ ਪ੍ਰਕਾਰ ਗੁਰਸਿੱਖ ਸਖੀਆਂ ਸਹੇਲੀਆਂ ਗੁਰੂ ਕੇ ਪਿਆਰੇ ਸਿੱਖ ਗੁਰੂ ਕੀ ਬਾਣੀ ਗਾਉਂਦੇ ਹਨ। ਸਾਚੇ ਸਾਹਿਬ ਕੈ ਮਨ ਭਾਵੈ, ਇਹ ਜੋ ਸੰਗਤਾਂ ਕੀਰਤਨ ਕਰ ਰਹੀਆਂ ਨੇ, ਵਧਾਈ ਦੇ ਸ਼ਬਦ ਪੜ੍ਹ ਰਹੀਆਂ ਨੇ, ਸੱਚੇ ਸਾਹਿਬ ਜੀ ਨੂੰ ਬੜੇ ਚੰਗੇ ਲੱਗਦੇ। ਸਾਚੇ ਸਾਹਿਬ ਕੈ ਮਨ ਭਾਵੈ। ਜੇ ਕੋਈ ਸੰਗਤਾਂ ਗੁਰਬਾਣੀ ਗਾਉਂਦੀਆਂ ਨੇ ਨਾ, ਆਪਾਂ ਜਦੋਂ ਕੀਰਤਨ ਕਰਦੇ ਹਾਂ, ਸਾਧ ਸੰਗਤ ਜੀ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਇਹ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਪਰਮੇਸ਼ਰ ਨੂੰ ਚੰਗਾ ਲੱਗਦਾ, ਖੁਸ਼ ਹੁੰਦਾ ਵਾਹਿਗੁਰੂ ਵੀ ਮੇਰੇ ਸਿੱਖ ਬਾਣੀ ਪੜ੍ਹ ਰਹੇ ਹੈ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਸੱਚੇ ਸਾਹਿਬ ਜੀ ਦੇ ਮਨ ਨੂੰ ਇਹ ਚੰਗੀ ਲੱਗਦੀ ਹੈ। ਹਾਂਜੀ। ਵਧੀ ਵੇਲ ਬਹੁ ਪੀੜੀ ਚਾਲੀ, ਵਧੀ ਵੇਲ ਗੁਰੂ ਰਾਮਦਾਸ ਦੀ ਵੇਲ ਵਧੀ, ਸੋਢੀ ਬੰਸ ਦੀ ਪੀੜੀ ਅੱਗੇ ਚੱਲੀ ਹੈ। ਹਾਂਜੀ। ਧਰਮ ਕਲਾ ਹਰ ਬੰਦ ਬਹਾਲੀ, ਵਾਹਿਗੁਰੂ ਜੀ ਨੇ ਇਹ ਧਰਮ ਕਲਾ ਸਥਾਪਿਤ ਕੀਤੀ ਹੈ। ਧਰਮ ਦੀ ਸਥਾਪਨਾ ਵਾਸਤੇ ਇਹ ਮਹਾਬਲੀ ਤੇਜਸਵੀ ਯੋਧੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਇਹ ਧਰਮ ਨੂੰ ਅੱਗੇ ਤੋਰਨਗੇ, ਇਹ ਧਰਮ ਦੀ ਰਾਖੀ ਕਰਨਗੇ। ਇਹ ਬੜੇ ਪ੍ਰਤਾਪੀ ਪੁਰਸ਼ ਹਨ, ਧਰਮ ਕਲਾ ਦੀ ਰਾਖੀ ਕਰਨ ਲਈ ਆਏ ਹਨ। ਹਾਂਜੀ। ਮਨ ਚਿੰਤਿਆ ਸਤਿਗੁਰੂ ਦਿਵਾਇਆ, ਸਾਨੂੰ ਜੋ ਚਾਹੀਦਾ ਸੀ ਮਨ ਚਿੰਦਿਆ ਫਲ ਗੁਰੂ ਨੇ ਦਵਾ ਦਿੱਤਾ ਹੈ। ਜੋ ਮਨ ਚ ਮਨੋਰਥ ਸੀਗਾ, ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਬਚਨ ਨਿਕਲੇ ਹਨ ਕਿ ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਉਹ ਬਚਨ ਪੂਰੇ ਹੋ ਗਏ ਨੇ। ਸਤਿਗੁਰੂ ਨਾਨਕ ਦੇਵ ਜੀ ਨੇ ਦਾਤਾਂ ਦਿੱਤੀਆਂ ਹਨ। ਭਰੇ ਅਚਿੰਤ ਏਕ ਲਿਵ ਲਾਇਆ, ਹੁਣ ਚਿੰਤਾ ਖਤਮ ਹੋ ਗਈ ਹੈ, ਅਚਿੰਤ ਹੋ ਗਏ ਹਾਂ, ਬੇਫਿਕਰ ਹੋ ਗਏ ਹਾਂ। ਕਹਿੰਦੇ ਏਕ ਲਿਵ ਲਾਇਆ, ਇੱਕ ਵਾਹਿਗੁਰੂ ਦੇ ਨਾਲ ਲਿਵ ਲੱਗ ਗਈ। ਜਦੋਂ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ, ਦੁਨੀਆਵੀ ਚਿੰਤਾ ਖਤਮ ਹੋ ਜਾਂਦੀ ਹੈ। ਹਾਂਜੀ। ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ, ਜਿਸ ਤਰ੍ਹਾਂ ਬੱਚਾ ਆਪਣੇ ਪਿਤਾ ਤੇ ਮਾਣ ਕਰਦਾ ਹੈ, ਕੋਈ ਗੱਲ ਹੁੰਦੀ ਕਹਿੰਦਾ ਮੇਰਾ ਪਿਓ ਮੇਰੇ ਸਿਰ ਤੇ ਬੈਠਾ ਹੈ। ਇਸੇ ਤਰ੍ਹਾਂ ਸਾਨੂੰ ਆਪਣੇ ਗੁਰੂ ਪਰਮੇਸ਼ਰ ਦਾ ਭਰੋਸਾ ਹੈ।
ਉਹ ਸਾਰਿਆਂ ਦਾ ਪਿਤਾ ਵਾਹਿਗੁਰੂ ਸਾਡੇ ਸਿਰ ਤੇ ਹੈ। ਹਾਂਜੀ। ਬੁਲਾਇਆ ਬੋਲੇ ਗੁਰ ਕੈ ਭਾਣੋ, ਔਰ ਦਾਸ ਨਾਨਕ ਵਾਹਿਗੁਰੂ ਦਾ ਬੁਲਾਇਆ ਬੋਲਦਾ ਹੈ। ਗੁਰੂ ਦੇ ਭਾਣੇ ਵਿੱਚ ਇਹ ਬਚਨ ਕਹੇ ਜਾ ਰਹੇ ਨੇ। ਗੁੱਜੀ ਛੰਨੀ ਨਾਹੀ ਬਾਤ, ਇਹ ਗੱਲ ਕੋਈ ਗੁੱਜੀ ਛੰਨੀ ਥੋੜਾ ਹੈ, ਲੁਕੀ ਛੁਪੀ ਥੋੜਾ ਹੈ। ਇਹ ਗੱਲ ਪ੍ਰਗਟ ਪਹਾਰੇ ਹੈ, ਸਾਰੀ ਦੁਨੀਆ ਜਾਣਦੀ ਹੈ। ਹਾਂਜੀ। ਗੁਰੂ ਨਾਨਕ ਤੁਠਾ ਕੀਨੀ ਦਾਤ, ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਠ ਕੇ ਸਾਨੂੰ ਇਹ ਪੁੱਤਰ ਦੀ ਦਾਤ ਬਖਸ਼ੀ ਹੈ। ਬਾਬਾ ਬੁੱਢਾ ਜੀ ਦੇ ਮੁਖ ਤੋਂ ਬਚਨ ਹੋਇਆ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ। ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਕਿ ਜੋ ਤੁਸੀਂ ਕਹਿ ਦਿਓਗੇ ਅਸੀਂ ਮੋੜਾਂਗੇ ਨਹੀਂ। ਤੇ ਬਾਬਾ ਬੁੱਢਾ ਜੀ ਨੇ ਜੋ ਬਚਨ ਕਿਹਾ ਗੁਰੂ ਨਾਨਕ ਨੇ ਸੁਣ ਲਿਆ। ਬੜੀ ਮਹਾਨ ਦਾਤ ਦਿੱਤੀ ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਸਾਹਿਬਜ਼ਾਦੇ ਦਾ ਜਨਮ ਹੋਇਆ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਹੋਰ ਵੀ ਸ਼ਬਦ ਗੁਰੂ ਜੀ ਨੇ ਸੋਰਠ ਰਾਗ ਵਿੱਚ, ਬਿਲਾਵਲ ਰਾਗ ਵਿੱਚ, ਕਈ ਰਾਗਾਂ ਵਿੱਚ ਉਚਾਰੇ। ਉਹਨਾਂ ਸ਼ਬਦਾਂ ਦੇ ਵਿੱਚ ਵੀ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਦਾ ਬਹੁਤ ਜ਼ਿਕਰ ਆਉਂਦਾ ਹੈ। ਉਹ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਤੋਂ ਬਾਅਦ ਕਿੰਨੀਆਂ ਖੁਸ਼ੀਆਂ ਕਿਵੇਂ ਕਿਵੇਂ ਮਨਾਈਆਂ, ਕਿਵੇਂ ਕਿਵੇਂ ਗੁਰੂ ਘਰ 'ਚ ਰੌਣਕਾਂ ਲੱਗੀਆਂ, ਇਹ ਹੁਣ ਕਥਾ ਚੱਲਣੀ ਹੈ। ਦੂਜੇ ਪਾਸੇ ਪ੍ਰਿਥੀ ਚੰਦ ਵਰਗੇ ਦੁਖੀ ਵੀ ਬੜੇ ਹੋਏ। ਪ੍ਰਿਥੀਏ ਨੇ ਸਾਹਿਬਜ਼ਾਦੇ ਨੂੰ ਮਾਰਨ ਵਾਸਤੇ ਬਹੁਤ ਹੀਲੇ ਕੀਤੇ, ਬੜੇ ਉਪਰਾਲੇ ਕੀਤੇ ਵੀ ਇਹ ਬੱਚਾ ਜਿਹੜਾ ਪੈਦਾ ਹੋਇਆ ਇਹ ਖਤਮ ਹੋ ਜਾਏ, ਇਹ ਬੱਚਾ ਬਚੇ ਹੀ ਨਾ। ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਜਿਹਦਾ ਵਾਹਿਗੁਰੂ ਰਾਖਾ ਉਹਨੂੰ ਕੌਣ ਮਾਰ ਸਕਦਾ ਹੈ। ਉਹ ਕਥਾ ਆਪਾਂ ਸਾਰੀ ਹੁਣ ਅੱਗੇ ਸਰਵਣ ਕਰਨੀ ਹੈ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।